ਸਾਡੇ ਇਤਿਹਾਸ ਦੇ ਰੌਲੇ ਕਿਉਂ? ਸਾਡੀਆਂ ਕਿਤਾਬਾਂ ਨਾਲ ਛੇੜਛਾੜ ਕਿਉਂ? ਸਾਡੇ ਸਿੱਖਿਆ ਬੋਰਡ ਦੇ ਬਾਹਰ ਧਰਨੇ ਕਿਉਂ? ਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਤੇ ਵਿਵਾਦ ਕਿਉਂ? ਸਵਾਲ ਤਾਂ ਇਹ ਹੈ ਕਿ ਜਦੋਂ ਸਾਡੇ ਕੋਲ ਵੱਡੇ ਬੁੱਧੀਜੀਵੀ ਬੈਠੇ ਆ ਤੇ ਵੱਡ ਅਕਾਰੀ ਹਸਤੀਆਂ ਅਹੁਦੇ ਗ੍ਰਹਿਣ ਕਰਕੇ ਬੈਠੀਆਂ, ਫਿਰ ਵਿਵਾਦ ਕਿੱਥੋਂ ਆ ਜਾਂਦੇ ਆ? ਆਖਰ ਅਸੀਂ ਇਤਿਹਾਸ ਬਣਾਉਣਾ ਹੀ ਜਾਣਦੇ ਆ ਜਾਂ ਇਸ ਇਤਿਹਾਸ ਨੂੰ ਸੰਭਾਲਣਾ ਵੀ ਹੈ? ਕੌਣ ਹੈ ਜਿਹੜਾ ਅੱਗੇ ਵੱਧ ਕੇ ਕਹੂਗਾ ਕਿ ਨਿੱਠ ਕੇ ਆਹੀ ਸਾਡਾ ਹੈ, ਇਸ ਤੋਂ ਬਾਹਰ ਕੁਝ ਨਹੀਂ? ਤੁਸੀਂ ਦੇ ਦਿਓ ਹਵਾਲੇ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਤੇ ਮੇਰੇ ਨਾਲ ਨੇ ਉੱਘੇ ਸਿੱਖ ਵਿਦਵਾਨ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ। ਸਵਾਲ ਅਹਿਮ ਨੇ, ਲੇਕਿਨ ਸਵਾਲ ਤਾਂ ਇੱਥੇ ਕੋਈ ਕਰਦਾ ਹੀ ਨਹੀਂ ਕਿਸੇ ਨੂੰ। ਸਵਾਲ ਕਰੇ ਵੀ ਕੋਈ ਕਿਵੇਂ, ਕਿਉਂਕਿ ਅੱਗੋਂ ਤਾਂ ਵੱਢਣ ਪੈਂਦੇ ਸਾਰੇ। ਸਾਨੂੰ ਜ਼ਿੰਮੇਵਾਰੀਆਂ ਚਾਹੀਦੀਆਂ, ਲੇਕਿਨ ਜ਼ਿੰਮੇਵਾਰੀਆਂ ਦੇ ਨਾਲ ਆਇਦ ਹੁੰਦੀ ਜ਼ਿੰਮੇਵਾਰੀ, ਡਿਊਟੀ, ਉਹ ਅਸੀਂ ਨਹੀਂ ਨਿਭਾਉਣੀ। ਕਿੰਨੇ ਚੇਅਰਮੈਨ, ਕਿੰਨੇ ਵਿਸ਼ਾ ਮਾਹਿਰ, ਕਿੰਨੇ ਵਿਦਵਾਨ, ਹਿਸਟੋਰੀਅਨ, ਕੀ ਕੁਝ ਨਹੀਂ ਸਾਡੇ ਕੋਲ। ਕਿੰਨੇ ਕਿੰਨੇ ਵੱਡੇ ਤਾਮ-ਝਾਮ ਤੇ ਸਲੋਗਨ ਨੇ। ਜੇ ਕੁਝ ਨਹੀਂ ਤਾਂ ਉਹਦੇ ਨਾਂ ਤੇ ਹਾਰਡ ਵਰਕ ਹੈ ਨਹੀਂ। ਜੇ ਤੁਸੀਂ 4-4 ਵਾਰੀ ਕਸ਼ੀਦ ਕੇ ਚੀਜ਼ਾਂ ਨੂੰ ਲੰਘਾਉਣਾ ਹੈ ਤੇ ਅਖੀਰ ਦੇ ਵਿੱਚ ਗਲਤੀਆਂ ਤੇ ਗਲਤੀਆਂ ਕੱਢਣੀਆਂ। ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਧਰਨਾ ਲੱਗਿਆ। ਉੱਥੇ ਧਰਨੇ ਤੇ ਬੈਠੇ ਬਲਦੇਵ ਸਿੰਘ ਸਿਰਸਾ ਸ਼੍ਰੋਮਣੀ ਕਮੇਟੀ ਨੂੰ ਕਟਹਿਰੇ 'ਚ ਖੜੇ ਕਰੀ ਜਾਂਦੇ। ਲੱਖਾ ਸਿਧਾਣਾ ਉਹਨਾਂ ਤੇ ਵਿਅੰਗ ਕੱਸ ਰਹੇ। ਹੁਣ ਸਵਾਲ ਇਹ ਹੈ ਕਿ ਆਖਰ ਇਹਨੂੰ ਐਡਰੈਸ ਕੌਣ ਕਰੂ ਮਾਮਲੇ ਨੂੰ? ਇਹ ਮਾਮਲੇ ਹੈ ਕੌਣ? ਕੌਣ ਰੌਲਾ ਪਾਉਣਾ ਚਾਹੁੰਦਾ ਸਾਡੇ ਇਤਿਹਾਸ ਵਿੱਚ? ਕੌਣ ਸਾਨੂੰ ਜਿਹੜਾ ਉਹ ਜਿਹੜੇ ਰਾਹਾਂ ਤੇ ਪਾਉਣਾ ਚਾਹੁੰਦਾ? ਲਾਂਬਾ ਸਾਹਿਬ ਦਾ ਐਕਸਪੀਰੀਅੰਸ ਬਹੁਤ ਹੈ ਕਿਤਾਬਾਂ ਨਾਲ ਸੰਬੰਧਿਤ। ਮੇਰੇ ਖਿਆਲ ਜੇ ਸਾਡੇ ਕੋਲ ਮੌਜੂਦਾ ਸਿੱਖ ਵਿਦਵਾਨਾਂ ਚੋਂ ਅਹਿਮ ਨੇ ਤਾਂ ਲਾਂਬਾ ਸਾਹਿਬ ਨੇ। ਮੈਂ ਲਾਂਬਾ ਸਾਹਿਬ ਪੁੱਛਣਾ ਚਾਹੁੰਦਾ ਹੈ ਕਿ ਇਹ ਮਾਜਰੇ ਕੀ ਨੇ, ਮੁੱਕਦੇ ਕਿਉਂ ਨਹੀਂ? ਇਹ ਸਿਲਸਿਲਾ ਲੰਬਾ ਕਿਉਂ ਹੁੰਦਾ? ਇਹ ਲੜਾਈ ਜਾਂ ਸੁਰਖੀ ਬਣਨ ਤੋਂ ਅੱਗੇ ਕੱਲ ਵੱਧਦੀ ਕਿਉਂ ਨਹੀਂ? ਅਸੀਂ ਕਿਉਂ ਨਹੀਂ ਨਿੱਠ ਕੇ ਬਹਿ ਕੇ ਇਹਨਾਂ ਚੀਜ਼ਾਂ ਦੇ ਉੱਤੇ ਨਿਬੇੜੇ ਕਰ ਲੈਂਦੇ ਇੱਕੋ ਵਾਰੀ? ਆ ਫੇਰ ਹੁਣ ਰੌਲੇ ਪਈ ਜਾਂਦੇ ਆ। ਕੁਝ ਕਹੋ ਤਾਂ ਜ਼ਰਾ। ਰੰਧਾਵਾ ਸਾਹਿਬ, ਬਹੁਤ ਹੀ ਗੰਭੀਰਤਾ ਦੇ ਨਾਲ ਇੱਕ ਗੱਲ ਕਹਿਣੀ ਚਾਹੁੰਦਾ। ਜਦੋਂ ਵੀ ਤੁਸੀਂ ਕੋਈ ਪ੍ਰੋਗਰਾਮ ਕਰਦੇ ਹੋ, ਕਿਸੇ ਵਿਸ਼ੇ ਨੂੰ ਦਿੰਦੇ ਹੋ, ਤਾਂ ਦਰਅਸਲ ਉਹ ਸਾਡੀ ਕੌਮੀ ਦੁੱਖ ਦੀ ਰਗ ਦੇ ਉੱਤੇ ਹੱਥ ਰੱਖਿਆ ਜਾਂਦਾ ਹੈ। ਔਰ ਇਹ ਜਿਹੜਾ ਮਸਲਾ ਹੈ, ਇਹ ਘਟਣ ਦਾ ਨਾਂ ਨਹੀਂ ਲੈ ਰਿਹਾ ਔਰ ਲਗਾਤਾਰ ਵੱਧਦਾ ਜਾ ਰਿਹਾ। ਔਰ ਖਾਸ ਕਰਕੇ 1947 ਤੋਂ ਬਾਅਦ ਇਹ ਸਿਲਸਿਲਾ ਬਹੁਤ ਤੇਜ਼ੀ ਦੇ ਨਾਲ ਅੱਗੇ ਵਧਿਆ ਜੀ। ਹੁਣ ਇਤਿਹਾਸ ਜਿਹੜਾ ਹੈ, ਜੌਨ ਡਾਸਨ ਨੇ ਇੱਕ ਵਾਰ ਕਿਹਾ ਸੀ, ਕਹਿੰਦਾ ਅਗਰ ਤੁਸੀਂ ਆਪਣੇ ਫਿਊਚਰ ਨੂੰ, ਅਗਰ ਭਵਿੱਖ ਨੂੰ ਕਾਬੂ ਕਰਨਾ ਚਾਹੁੰਦੇ ਹੋ ਤਾਂ ਆਪਣੇ ਮਾਜ਼ੀ, ਆਪਣੇ ਪਾਸਟ ਨੂੰ, ਆਪਣੇ ਭੂਤ ਨੂੰ ਤੁਸੀਂ ਕਾਬੂ ਕਰ ਲਓ। ਔਰ ਸਾਡੀ ਅਰਦਾਸ ਸਾਡਾ ਇਤਿਹਾਸ ਹੈ। ਉਹ ਸੰਖੇਪ ਇਤਿਹਾਸ ਹੈ ਜਿਹੜਾ ਹਰ ਸਿੱਖ, ਹਰ ਬੱਚੇ ਨੂੰ ਪਤਾ ਹੈ। ਜਿਤਨੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਿੰਨੇ ਸ਼ਹੀਦਗੰਜ, ਜਿੰਨੀਆਂ ਸ਼ਹੀਦੀ ਅਸਥਾਨ ਹੈ, ਜਿੰਨੇ ਗੁਰਦੁਆਰੇ, ਉਹ ਸਾਡਾ ਜਿੰਦਾ ਜਾਗਦਾ ਇਤਿਹਾਸ ਹੈ। ਉਹ ਇਤਿਹਾਸ ਹੈ। ਔਰ ਇੱਕ ਦੋ ਹਵਾਲੇ ਬੜੇ ਕਮਾਲ ਦੇ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸੀਸਗੰਜ ਸਾਹਿਬ ਵਿੱਚ ਸ਼ਹੀਦ ਕੀਤਾ ਜਾਣ ਲੱਗਾ ਤਾਂ ਉਸ ਵੇਲੇ ਭਾਈ ਦਿਆਲਾ ਜੀ ਨੂੰ ਉਹਨਾਂ ਦੇ ਨਾਲ ਦੇਗ ਵਿੱਚ ਉਬਾਲਣ ਦਾ ਹੁਕਮ ਦਿੱਤਾ ਗਿਆ। ਹੁਣ ਉਸ ਵੇਲੇ ਹਕੂਮਤ ਨੇ ਉਹਨਾਂ ਨੂੰ ਪੁੱਛਿਆ, ਭਾਈ ਦਿਆਲਾ ਨੂੰ, ਕੋਈ ਤੇਰੀ ਇੱਛਾ ਹੈ? ਉਹਨੇ ਕਿਹਾ ਜੀ ਮੇਰਾ ਮੂੰਹ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਵੱਲ ਕਰ ਦਿਓ। ਹੁਣ ਤੁਸੀਂ ਦੇਖੋ, ਇਤਿਹਾਸ ਹੈ, ਪੜ੍ਹਿਆ ਇਤਿਹਾਸ ਹੈ, ਇਤਿਹਾਸ ਨੂੰ ਜੀਵਨ ਵਿੱਚ ਹੰਡਾਇਆ ਹੈ। ਭਾਈ ਦਿਆਲਾ ਜੀ ਕਹਿਣ ਲੱਗੇ ਗੁਰੂ ਤੇਗ ਬਹਾਦਰ ਜੀ ਨੂੰ ਮੁਖਾਤਬ ਕਰਕੇ, ਕਹਿਣ ਲੱਗੇ ਹੇ ਗੁਰੂ ਅਰਜਨ ਦੇਵ ਜੀ, ਸਾਹਮਣੇ ਗੁਰੂ ਤੇਗ ਬਹਾਦਰ ਜੀ, ਮਗਰ ਉਹ ਐਡਰੈਸ ਕਰ ਰਹੇ ਹੈ, ਕਹਿੰਦੇ ਹੇ ਗੁਰੂ ਅਰਜਨ ਦੇਵ ਜੀ, ਇੱਕ ਵਾਰ ਪਹਿਲਾਂ ਵੀ ਤੁਸੀਂ ਜਹਾਂਗੀਰ ਦੀ ਦੇਗ ਵਿੱਚ ਉਬਲੇ ਸੀ, ਹੁਣ ਤੁਸੀਂ ਔਰੰਗਜ਼ੇਬ ਦੀ ਦੇਗ ਵਿੱਚ ਉਬਲ ਜਾਓ। ਇਹ ਇਤਿਹਾਸ ਹੈ। ਜਦੋਂ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਨੂੰ, ਬਾਪ ਬੇਟੇ ਨੂੰ ਚਰਖੜੀ ਤੇ ਚੜਾਉਣ ਲੱਗੇ ਤਾਂ ਉਸ ਵੇਲੇ ਉਹਨਾਂ ਨੂੰ ਥੋੜਾ ਜਿਹਾ ਬੇਟਾ ਉਹਨਾਂ ਦਾ ਡੋਲ ਗਿਆ ਤਾਂ ਭਾਈ ਸੁਬੇਗ ਸਿੰਘ ਨੇ ਮਿੱਟੀ ਚੁੱਕ ਕੇ ਉਹਦੇ ਮੱਥੇ ਦੇ ਉੱਤੇ ਲਾਈ। ਔਰ ਉਸ ਵੇਲੇ ਉਹਨਾਂ ਨੂੰ ਕਿਹਾ ਗਿਆ ਤੇਰੀ ਇੱਕੋ ਇੱਕ ਸੰਤਾਨ ਹੈ, ਤੇਰਾ ਇੱਕੋ ਇੱਕ ਬੇਟਾ ਹੈ, ਜਵਾਨ ਬੇਟਾ ਹੈ, ਤੂੰ ਆਪਣੀ ਕੁਲ ਬਚਾ ਲੈ। ਹੁਣ ਇਤਿਹਾਸ ਹੈ, ਉਹ ਕਹਿਣ ਲੱਗੇ ਹਮ ਕਾਰਨ ਗੁਰਕੁਲੇ ਗਵਾਈ, ਹਮ ਕੁਲ ਰਾਖੇ ਕੌਣ ਵਡਾਈ। ਸਾਡੀ ਖਾਤਰ ਤਾਂ ਗੁਰੂ ਸਾਹਿਬ ਨੇ ਆਪਣੀ ਕੁਲ ਵਾਰ ਦਿੱਤੀ, ਅਸੀਂ ਕਿਹੜੀ ਕੁਲ ਹੈ ਜਿਹੜੀ ਆਪਣੀ ਬਚਾ ਲਈਏ? ਹਰਮੰਦਰ ਸਾਹਿਬ ਜਾਓ, ਬਾਬਾ ਦੀਪ ਸਿੰਘ ਦਾ ਸਥਾਨ ਹੈ, ਬਾਬਾ ਗੁਰਬਖਸ਼ ਸਿੰਘ ਦਾ ਸਥਾਨ ਹੈ, ਉਹ ਸਾਰੀਆਂ ਜਗ੍ਹਾ ਇਤਿਹਾਸ ਹੈ, ਜਿੰਦਾ ਜਾਗਦਾ ਇਤਿਹਾਸ ਹੈ। ਪਰ 1947 ਤੋਂ ਬਾਅਦ ਇੱਕ ਬੜੇ ਕੈਲਕੂਲੇਟਡ ਤਰੀਕੇ ਦੇ ਨਾਲ
ਉਹ ਤਰੀਕੇ ਦੇ ਨਾਲ ਸਾਰੇ ਸਿੱਖ ਇਤਿਹਾਸ ਨੂੰ ਤੋੜਿਆ ਮਰੋੜਿਆ ਗਿਆ। ਔਰ ਇਹਦੇ ਵਿੱਚ ਖੁੱਲ ਕੇ ਕਹਿਣਾ ਚਾਹੀਦਾ, ਜਿਹੜੇ ਮਿਸ਼ਨਰੀ ਆਪਣੇ ਆਪ ਨੂੰ ਅਖਵਾਉਂਦੇ ਹੈ, ਉਹਨਾਂ ਨੇ ਇਸ ਦੇ ਚ ਇਤਨਾ ਹਮਲਾ ਕੀਤਾ ਕਿ ਬਾਬਾ ਦੀਪ ਸਿੰਘ ਦੀ ਉਸ ਇਤਿਹਾਸ ਨੂੰ ਤੋੜ ਦਿਓ, ਭਾਈ ਜੋਗਾ ਸਿੰਘ ਨੂੰ ਤੋੜ ਦਿਓ, ਬੇਦਾਵੇ ਵਾਲੀ ਨੂੰ, ਬੇਦਾਵੇ ਦੀ ਸਾਖੀ ਨੂੰ ਤੋੜ ਦਿਓ। ਇਹ ਸਾਰਾ ਕੁਝ ਜਿਹੜਾ ਕੀਤਾ ਜਾ ਰਿਹਾ ਇੱਕ ਵੱਡੇ ਪਲਾਨ ਦਾ, ਮਨਸੂਬੇ ਦਾ। ਉਹਦੇ ਬਾਅਦ ਸਰਕਾਰੀ ਪੱਧਰ ਦੇ ਉੱਤੇ NCERT ਕੇਂਦਰ ਵੱਲੋਂ ਜਿਹੜੀ ਕਿਤਾਬਾਂ ਛਪੀਆਂ, ਉਹਦੇ ਵਿੱਚ ਇਤਨਾ ਕੁਝ ਗਲਤ ਲਿਖਿਆ ਗਿਆ, ਉਹਦਾ ਰੋਲਾ ਪਿਆ। ਸਰਕਾਰ ਨੇ ਕਿਹਾ, ਜਿਹੜੀ ਕੇਂਦਰ ਸਰਕਾਰ ਹੈ, ਠੀਕ ਹੈ ਅਸੀਂ ਇਹਦੇ ਵਿੱਚੋਂ ਕੱਟ ਦਿੰਨੇ ਆ, ਕੱਟ ਕੇ ਉਹਦੇ ਬਾਅਦ ਨਵੀਂ ਚੀਜ਼ ਨਹੀਂ ਪਾਈ ਗਈ। ਹੁਣ ਤੁਸੀਂ ਦੇਖੋ, ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਮੁਗਲ ਇਹ ਕਹਿੰਦੇ ਸੀ ਕਿ ਇਹ ਸਿੱਖ ਜਿਹੜੇ ਹੈ ਇਹਨੂੰ ਖਤਮ ਕਰ ਦਿਆਂਗੇ, ਇਹ ਕਹਿੰਦੇ ਸੀ, ਮਗਰ ਬਾਅਦ ਦੇ ਵਿੱਚ ਜਿਹੜੇ ਆਏ ਉਹ ਕਹਿੰਦੇ ਸਿੱਖ ਤਾਂ ਹੈ ਹੀ ਨਹੀਂ, ਇਹ ਵੱਖਰੇ ਥੋੜੀ ਹੈ, ਇਸ ਕਰਕੇ ਉਹ ਖਤਮ ਕਰਤਾ। ਹੁਣ ਜੇ ਤਾਂ ਜ਼ਿਆਦਾ ਰੋਲਾ ਪਾਓਗੇ, ਇਗਨੋਰ ਕਰਤਾ ਜਾਏਗਾ, ਜੇ ਨਹੀਂ ਹੋਏਗਾ ਤੇ ਫਿਰ ਜਿਹੜਾ ਉਹ ਰੱਲਾ ਗੱਡਾ ਜਿਹੜਾ ਹੈਗਾ ਉਹ ਕੀਤਾ ਜਾਏਗਾ। ਹੁਣ ਜਿਹੜੀ ਚੀਜ਼ ਸਾਹਮਣੇ ਆ ਰਹੀ ਹੈ, ਇਹ ਜਿਹੜਾ ਪੰਜਾਬ ਸਿੱਖਿਆ ਬੋਰਡ ਹੈ, ਜੋ ਕੁਝ ਕੀਤਾ ਗਿਆ ਗਲਤ ਹੈ, ਉਸ ਨੂੰ ਸੁਧਾਰਨ ਦੀ ਲੋੜ ਹੈ। ਔਰ ਸਖਤੀ ਦੇ ਨਾਲ ਜਿਹੜੀਆਂ ਆਪਣੇ ਆਪ ਨੂੰ ਪੰਥਕ ਧਿਰਾਂ ਕੋਈ ਵੀ ਹੈ ਜਿਹੜੀ ਹੈ, ਔਰ ਜਿਹੜੇ ਵਿਦਵਾਨ ਹੈ, ਜਿਹੜੇ ਬੁੱਧੀਜੀਵੀ ਹੈ, ਉਹ ਇਸ ਨੂੰ ਆ ਕੇ ਖੁੱਲ ਕੇ ਕਹਿਣ ਕਿ ਇਹ ਚੀਜ਼ ਗਲਤ ਹੈ, ਇਹਨੂੰ ਤੁਸੀਂ ਸੁਧਾਰੋ। ਮਗਰ ਉਹ ਕਰਨ ਦੀ ਬਜਾਏ ਕੇਵਲ ਧਰਨੇ ਦੇਣ ਦੇ ਨਾਲ ਉਹ ਮਸਲਾ ਹੱਲ ਨਹੀਂ ਹੋਣਾ। ਹੁਣ ਇਹਦੇ ਚ ਦੂਸਰੀ ਚੀਜ਼ ਹੈ, ਇਹਦੇ ਚ ਇੱਕ ਪਹਿਲੂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਬਲਦੇਵ ਸਿੰਘ ਸਿਰਸਾ ਇੱਕ ਸਧਾਰਨ ਜ਼ਿਮੀਂਦਾਰ ਬੰਦਾ ਹੈ, ਉਹ ਧਰਨਾ ਲਾ ਕੇ ਬੈਠਾ ਹੈ। ਸਾਡੇ ਵਿਦਵਾਨ ਜਿਨ੍ਹਾਂ ਨੇ ਤਾ ਉਮਰ ਕਿਤਾਬਾਂ ਦੇ ਸਿਰ ਤੋਂ ਬਾਦਸ਼ਾਹੀਆਂ ਕੀਤੀਆਂ, ਯੂਨੀਵਰਸਿਟੀਆਂ ਦੇ ਵਿੱਚ 4-4 ਬੈਡਰੂਮ ਵਾਲੇ ਘਰ ਸਾਂਭ ਕੇ ਬੈਠੇ ਆ, ਜਿਨ੍ਹਾਂ ਨੇ ਦੁਨੀਆ ਦੇ ਚੱਕਰ ਸਿਰਫ ਤੇ ਸਿਰਫ ਪੰਜਾਬੀ ਇਤਿਹਾਸ, ਸਿੱਖੀ ਤੇ ਖਾਸ ਤੌਰ ਤੇ ਪ੍ਰੋਫੈਸਰੀ ਦੇ ਸਿਰੋਂ ਇਹ ਕੀਤੇ ਆ, ਇਹ ਗੇੜੇ ਕੱਢੇ ਆ। ਉਹਨਾਂ ਨੂੰ ਨਹੀਂ ਦਿਸਦਾ, ਉਹ ਚੁੱਪ ਕਿਉਂ ਰਹਿ ਜਾਂਦੇ? ਉਹਨਾਂ ਨੂੰ ਆਨਰਰੀ ਡਿਗਰੀਆਂ ਵੀ ਚਾਹੀਦੀਆਂ, ਉਹਨਾਂ ਨੂੰ ਚੇਸ ਤੇ ਹੈਡਸ਼ਿਪ ਵੀ ਚਾਹੀਦੀਆਂ, ਡਾਇਰੈਕਟਰਸ਼ਿਪ ਵੀ ਚਾਹੀਦੀਆਂ, ਸਰਕਾਰਾਂ ਦੇ ਨਾਲ ਇੱਜ਼ਤ ਮਾਣ ਵੀ ਚਾਹੀਦੇ। ਲੇਕਿਨ ਜਦੋਂ ਕੌਮੀ ਜ਼ਿੰਮੇਵਾਰੀ ਆਉਂਦੀ ਹੈ, ਜਦੋਂ ਮੁਆਸ਼ਰੇ ਪ੍ਰਤੀ ਬਣਦੀਆਂ ਸੇਵਾਵਾਂ ਦੇਣ ਦੀ ਲੋੜ ਆਉਂਦੀ ਹੈ, ਉਦੋਂ ਕਿਹੜੀ ਖੋਟ ਚ ਲੋਕ ਜਾਂਦੇ ਆ। ਤੁਸੀਂ ਤਾਂ ਜ਼ਿੰਦਗੀ ਭਰ ਉਹਨਾਂ ਦੇ ਲਾਗੇ ਵਿਚਰੇ ਹੋ। ਪੰਜਾਬ ਦੇ ਵਿੱਚ ਲਿਸਟ ਬਣਾਉਣੀ ਹੋਵੇ ਤਾਂ ਕੋਈ 1000 ਬੰਦਾ ਇਹੋ ਜਿਹਾ ਜਿਹੜਾ ਆਪਣੇ ਆਪ ਨੂੰ ਵਿਦਵਾਨ ਕਹਿੰਦਾ, ਅਖਬਾਰਾਂ ਭਰੀਆਂ ਪਈਆਂ ਲੇਖ ਲਿਖ ਕੇ ਅਸੀਂ ਵਿਦਵਾਨ ਆ, ਤੇ ਭਰਮ ਕਾਹਦੇ? ਫਿਰ ਇਹ ਭਰਮ ਤੋੜ ਦੇਣੇ ਚਾਹੀਦੇ। ਬਿਲਕੁਲ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਔਰ 100% ਸਹੀ ਹੈ। ਜੇ 200% ਕਹੋ ਤਾਂ ਉਹ ਵੀ ਕੋਈ ਹਰਜ ਨਹੀਂ ਗਾ। ਸਵਾਲ ਹੈ, ਮੈਨੂੰ ਇੱਕ ਗੱਲ ਛੋਟੀ ਜੀ ਯਾਦ ਆਉਂਦੀ ਹੈ, ਭੌਰ ਸਾਹਿਬ ਕਿਹਾ ਕਰਦੇ ਸੀ, ਇਹ ਜਿਹੜੇ ਬੁੱਧੀਜੀਵੀ ਹੈ, ਅਸਲ ਵਿੱਚ ਬੁੱਧੀਜੀਵੀ ਹੈ ਜਿਨ੍ਹਾਂ ਦੀ ਬੁੱਧੀ ਵਿੱਚ ਜੀ ਪੈ ਜਾਣ। ਇਹ ਚੁੱਪ ਰਹਿੰਦੇ ਆ, ਨਹੀਂ ਬੋਲਦੇ, ਉੱਥੇ ਬੋਲਦੇ ਆ ਜਿੱਥੇ ਕੋਈ ਨਿੱਜੀ ਹਿੱਤ ਹੋਏਗਾ ਜਾਂ ਕੋਈ ਗੱਲ ਹੋਏਗੀ। ਹੁਣ ਰਹਿ ਗਈ ਗੱਲ, ਤੁਸੀਂ ਗੱਲ ਕੀਤੀ ਹੈ ਸਿਰਸਾ ਜੀ ਦੀ, ਕਿਧਰੇ ਮਨਜਿੰਦਰ ਸਿੰਘ ਸਿਰਸਾ ਨਾ ਸਮਝ ਲਿਆ ਜਾਏ, ਬਲਦੇਵ ਸਿੰਘ ਸਿਰਸਾ। ਸੋ ਇਹ ਬਲਦੇਵ ਸਿੰਘ ਸਿਰਸਾ ਜਿਹੜੇ ਹੈ, ਇਹ ਨਹੀਂ ਬੋਲ ਰਹੇ, ਇਹ ਹੁਣ ਦੇ ਨਹੀਂ ਬੋਲ ਰਹੇ, ਇਹ 2007 ਦੇ ਬੋਲ ਰਹੇ ਆ, ਜਦੋਂ ਇਹ ਅਸਲ ਵਿੱਚ ਧਰਨਾ ਤਾਂ ਲੱਗਾ ਹੈਗਾ ਸਿੱਖਿਆ ਬੋਰਡ ਦੇ, ਪਰ ਇਹਦਾ ਨਿਸ਼ਾਨਾ ਕਿਧਰੇ ਹੋਰ ਹੈ, ਉਹ ਹੈਗਾ ਸ਼੍ਰੋਮਣੀ ਕਮੇਟੀ ਤੇ। ਸਿਰਸਾ ਸਾਹਿਬ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਰਨਾ ਸਾਹਿਬ ਨਾਲ ਮਿਲ ਕੇ ਸਕੀਮ ਘੜੀ ਸੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਖਤਮ ਕਰਨ ਦੀ। ਅਸਲ ਨਿਸ਼ਾਨਾ ਇਹਨਾਂ ਦਾ ਇਹ ਸੀਗਾ। ਉਹਦੇ ਵਿੱਚ ਇਹਨਾਂ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾ, ਉਹਦੇ ਵਿੱਚ ਇਹਨਾਂ ਨੇ ਸਿੱਖ ਇਤਿਹਾਸ ਕਿਤਾਬ ਜਿਹੜੀ ਹੈਗੀ ਆ ਉਹਦਾ ਮੁੱਦਾ 2007 ਵਿੱਚ ਚੁੱਕਿਆ। ਹੁਣ ਮੈਂ ਥੋੜਾ ਜਿਹਾ ਉਸ ਕਿਤਾਬ ਬਾਰੇ ਜ਼ਰੂਰ ਦੱਸਾਂਗਾ ਜਿਹਦੇ ਕਰਕੇ ਇਹ ਸਾਰਾ ਹੋਇਆ। ਅਸਲ ਵਿੱਚ ਇਹਦੇ ਸਾਰੇ ਜਿਹੜੇ ਵਾਹ ਵਰੋਲੇ ਦੇ ਪਿੱਛੇ ਉਹ ਕਿਤਾਬ ਹੈ। ਉਹ ਕਿਤਾਬ 1999 ਦੇ ਵਿੱਚ ਜਦੋਂ ਖਾਲਸੇ ਦੀ 300 ਸਾਲਾ ਸਿਰਜਣਾ ਦਿਵਸ ਮਨਾਇਆ ਜਾਣਾ ਸੀ, ਤੇ ਸ਼੍ਰੋਮਣੀ ਕਮੇਟੀ ਨੇ ਇੱਕ ਪਲਾਨ ਤੈਅ ਕੀਤਾ ਕਿ 300 ਕਿਤਾਬਾਂ ਜਿਹੜੀਆਂ ਸਰੋਤ ਪੁਸਤਕਾਂ, ਦੂਜੀਆਂ ਪੁਸਤਕਾਂ ਨਹੀਂ, ਜਿਹੜੇ ਹਵਾਲੇ ਪੁਸਤਕਾਂ ਹੈਗੀਆਂ ਪੁਰਾਣੀਆਂ ਹੋ ਚੁੱਕੀਆਂ ਨਹੀਂ ਲੱਭਦੀਆਂ, ਉਹ 300 ਕਿਤਾਬਾਂ ਛਾਪੀਆਂ ਜਾਣਗੀਆਂ। ਸਮਾਂ ਥੋੜਾ ਸੀ, ਬੜੀ ਤੇਜ਼ੀ ਦੇ ਨਾਲ ਛਪੀਆਂ, ਜਿਹਦੇ ਵਿੱਚ ਭਾਈ ਕਾਹਨ ਸਿੰਘ ਜੀ ਦੀਆਂ ਕਿਤਾਬਾਂ, ਹੋਰ ਵੀ ਜਿਹੜੇ ਪੁਰਾਣੇ ਸੀਗੇ ਗਿਆਨੀ ਦਿੱਤ ਸਿੰਘ ਜੀ ਦੀਆਂ, ਉਹ ਸਾਰੀਆਂ ਕਿਤਾਬਾਂ ਛਾਪੀਆਂ। ਉਹਦੇ ਵਿੱਚ ਇੱਕ ਕਿਤਾਬ ਹੈਗੀ ਹੈ ਸਿੱਖ ਇਤਿਹਾਸ ਕਿਤਾਬ ਜਿਹੜੀ ਹੈ ਰੰਧਾਵਾ ਸਾਹਿਬ, ਇਹ
इतनी कमाल दी और बड़ी बुनियादी किताब है सिख इतिहास दी। ਇਹ ਕਿਤਾਬ ਲਿਖਣ ਵਾਲਾ ਜੌਨ ਡੇਵੀ ਕਨਿੰਗਮ ਸੀ। ਇਹ ਅੰਗਰੇਜ਼ ਸਰਕਾਰ ਦੇ ਵਿੱਚ ਨੌਕਰੀ ਕਰਦਾ ਸੀ, ਪੰਜਾਬ ਦੇ ਵਿੱਚ ਰਹਿੰਦਾ ਸੀ, ਪੰਜਾਬ ਵਿੱਚ ਸੀਗਾ, ਔਰ ਬੜਾ ਸੀਨੀਅਰ ਜਿਹੜਾ ਸਿਵਲ ਸਰਵੈਂਟ ਸੀਗਾ। ਇਸਨੇ ਜਦੋਂ ਉਹ ਸਾਰੀ ਲੜਾਈ ਦੇਖੀ 1849 ਦੀ, ਜਦੋਂ ਦੇਖੀ ਐਂਗਲੋ ਸਿੱਖ ਵਾਰਸ ਦੇਖੀਆਂ, ਤਾਂ ਇਹਦੀ ਰੂਹ ਕੁਰਲਾ ਪਈ, ਇਹ ਰੋ ਪਿਆ। ਇਸ ਬੰਦੇ ਨੇ ਫਿਰ ਕਲਮ ਚੁੱਕੀ, 1849 ਚ ਲੜਾਈ ਹੁੰਦੀ, 1849 ਚ ਇਹ ਕਿਤਾਬ ਲਿਖਦਾ, ਔਰ ਉਹਦੀ ਕਿਤਾਬ ਦਾ ਨਾਮ ਹੈ ਦ ਹਿਸਟਰੀ ਆਫ ਦ ਸਿੱਖਸ, ਔਰ ਖਾਸ ਕਰਕੇ ਵਿਦ ਰੈਫਰੈਂਸ ਟੂ ਦੀ ਬੈਟਲਸ ਆਫ ਸਤਲੁਜ ਐਂਡ ਅਦਰਸ। ਉਹ ਜਦੋਂ ਕਿਤਾਬ ਲਿਖੀ ਗਈ, ਉਸ ਕਿਤਾਬ ਦੇ ਵਿੱਚ ਇਹਨੇ 2-3 ਚੀਜ਼ਾਂ ਕਹੀਆਂ। ਇੱਕ ਤਾਂ ਸਿੱਖ ਨਿਆਰੇ ਹੈ, ਸਿੱਖਾਂ ਦੀ ਹਸਤੀ ਧਾਰਮਿਕ ਤੌਰ ਤੇ, ਪੰਥਕ ਤੌਰ ਤੇ ਨਿਆਰੀ ਕੌਮ ਹੈ। ਦੂਜੀ ਉਹ ਕਹਿੰਦਾ ਹੈ ਅੰਗਰੇਜ਼ਾਂ ਨੇ ਇਹ ਲੜਾਈ ਕਿਤੇ ਬਹਾਦਰੀ ਨਾਲ ਨਹੀਂ ਜਿੱਤੀ, ਧੋਖੇ ਨਾਲ ਜਿੱਤੀ ਹੈ, ਇਹ ਉਸਨੇ ਨਿਰਣਾ ਕੱਢਿਆ। ਔਰ ਹੋਰ ਵੀ ਉਹਦੇ ਵਿੱਚ ਬਹੁਤ ਕੁਝ ਉਸਨੇ ਇਤਨੇ ਜ਼ਬਰਦਸਤ ਹਵਾਲੇ ਦਿੱਤੇ, ਔਰ 200 ਕਿਤਾਬਾਂ ਦੇ ਉਹਨੇ ਹਵਾਲੇ ਦਿੱਤੇ, ਜਿਨ੍ਹਾਂ ਵਿੱਚੋਂ ਅੰਗਰੇਜ਼ੀ ਦੇ, ਪਰਸ਼ੀਅਨ ਦੇ ਔਰ ਸਰਕਾਰੀ ਫਾਈਲਾਂ ਦੇ ਹਵਾਲੇ ਦਿੱਤੇ ਉਹਨੇ। ਉਹ ਸਾਰਾ ਕੁਝ ਕਰਕੇ ਇਤਨੀ ਜ਼ਬਰਦਸਤ ਕਿਤਾਬ ਸੀਗੀ। ਡਲਹੌਜ਼ੀ ਨੂੰ ਉਹਦੀ ਲਿਖਤ ਚੰਗੀ ਨਹੀਂ ਲੱਗੀ, ਔਰ ਉਹਦਾ ਨਤੀਜਾ ਨਿਕਲਿਆ ਕਿ ਉਸ ਨੂੰ ਉਹਨਾਂ ਨੇ ਡਿਸਮਿਸ ਕਰ ਦਿੱਤਾ। ਹਾਲਾਂਕਿ ਉਹਦੀ ਉਮਰ 40 ਸਾਲ ਸੀਗੀ, 40 ਸਾਲ ਦੀ ਉਮਰ ਸੀ, ਮਗਰ ਉਹ ਜਦੋਂ ਡਿਸਮਿਸ ਹੋਇਆ, ਉਹ ਇਹ ਧੱਕਾ ਬਰਦਾਸ਼ਤ ਨਾ ਕਰ ਸਕਿਆ, ਔਰ ਉਸਦਾ ਹਾਰਟ ਫੇਲ ਹੋ ਗਿਆ, ਮਰ ਗਿਆ। 1853 ਦੇ ਵਿੱਚ ਗੈਰਟ ਨੇ ਉਹਦੀ ਸੈਕੰਡ ਐਡੀਸ਼ਨ ਛਾਪੀ ਉਹਦੇ ਮਰਨ ਤੋਂ ਬਾਅਦ, ਔਰ ਉਹਦੇ ਚ ਉਹਨੇ ਲਿਖਿਆ, ਕਹਿੰਦਾ ਕਨਿੰਗਮ ਕੁਡ ਕਿਲ ਡਲਹੌਜ਼ੀ ਕੁਡ ਕਿਲ ਕਨਿੰਗਮ ਵਿਦ ਦੀ ਸਟ੍ਰੋਕ ਆਫ ਏ ਪੈਨ, ਬਟ ਹੀ ਕੁਡ ਨਾਟ ਕਿਲ ਹਿਜ਼ ਵਰਕ, ਜਿਹੜਾ ਹਮੇਸ਼ਾ ਰਹੇਗਾ। ਪਰ ਉਹ ਤਾਂ ਉਹਨੇ ਲਿਖ ਦਿੱਤਾ। ਉਹਦੇ ਬਾਅਦ ਘੱਟੋ ਘੱਟ 200 ਐਡੀਸ਼ਨਾਂ ਇਸ ਕਿਤਾਬ ਦੀਆਂ ਛਪੀਆਂ। ਦੁਨੀਆ ਦਾ ਕੋਈ ਇਤਿਹਾਸਕਾਰ ਐਸਾ ਨਹੀਂ ਹੈ, ਕੋਈ ਇਤਿਹਾਸਕਾਰ ਐਸਾ ਨਹੀਂ ਹੈ ਜਿਹਨੇ ਸਿੱਖਾਂ ਬਾਰੇ ਲਿਖਣਾ ਹੋਏ, ਭਾਵੇਂ ਉਹ ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ, ਅੰਗਰੇਜ਼ ਹੈ, ਉਹ ਡੇਵੀ ਕਨਿੰਗਮ ਦੇ ਹਵਾਲੇ ਲੈਂਦਾ ਹੈ। ਇਤਨੀ ਕੀਮਤੀ ਉਹਦੇ ਵਿੱਚ ਜਾਣਕਾਰੀ ਹੈ, ਔਰ ਫਸਟ ਹੈਂਡ ਇਨਫੋਰਮੇਸ਼ਨ ਹੈ, ਜਿਹੜੀ ਕਿ ਉਸ ਵੇਲੇ ਮੈਦਾਨੇ ਜੰਗ ਦੀ ਜਿਹੜੀ ਹੈਗੀ ਹੈ, ਉਹ ਸਾਰਾ ਕੁਝ ਕਰਕੇ ਉਸਨੂੰ ਜਦੋਂ ਸੀਗਾ। ਤੇ ਇਹਦੇ ਵਿੱਚ ਹੋਇਆ ਇਹ, ਸ਼੍ਰੋਮਣੀ ਕਮੇਟੀ ਨੂੰ ਇਹ ਕਿਤਾਬ ਵਾਕਈ ਕਿਸੇ ਨੇ ਕਹਿ ਦਿੱਤਾ ਕਿ ਬਹੁਤ ਇੰਪੋਰਟੈਂਟ ਔਰ ਹੈਵੀ ਹੈ। ਸਰਦਾਰ ਪਤਵੰਤ ਸਿੰਘ ਨੇ ਜਿਹੜੀ ਆਪਣੀ ਕਿਤਾਬ ਇਹਦੇ ਤੇ ਲਿਖੀ, ਉਹਨਾਂ ਨੇ ਵੀ ਲਿਖੀ, ਉਹਦੇ ਬਾਅਦ ਸੰਗਤ ਸਿੰਘ ਨੇ ਵੀ ਲਿਖੀ। ਜਿਸ ਕਿਸੇ ਨੇ ਵੀ, ਜਿਹੜੇ ਵੀ ਇਤਿਹਾਸਕਾਰ ਨੇ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਹੈ, 2 ਕਿਤਾਬਾਂ, ਇੱਕ ਗੁਰਬਿਲਾਸ ਪਾਤਸ਼ਾਹੀ 6ਵੀਂ, ਜੇ ਹਰਮੰਦਰ ਸਾਹਿਬ ਦੀ ਗੱਲ ਕਰਨੀ, ਗੁਰਿਆਈ ਦੀ ਗੱਲ ਕਰਨੀ, ਗੁਰੂ ਹਰਗੋਬਿੰਦ ਸਾਹਿਬ ਦੀ, ਤਾਂ ਉਹ ਕਿਤਾਬ ਸੋਰਸ ਹੈ। ਜੇ ਸਿੱਖ ਰਾਜ ਦੀ, ਸਿੱਖਾਂ ਦੇ ਬਾਅਦ ਦੀ ਗੱਲ ਕਰਨੀ ਹੈ, ਤੇ ਕਨਿੰਗਮ ਦੀ, ਇਹ 2 ਸੋਰਸ ਬੁੱਕ ਹੈ। ਸ਼੍ਰੋਮਣੀ ਕਮੇਟੀ ਨੇ ਉਹ ਬੜਾ ਵੱਡਾ ਕੰਮ ਕੀਤਾ, ਉਹ ਕਿਤਾਬ ਛਾਪੀ ਹਿੰਦੀ ਦੇ ਵਿੱਚ, ਨਾਂ ਰੱਖਿਆ ਸਿੱਖ ਇਤਿਹਾਸ, ਉਹਦੀ ਸੀ ਹਿਸਟਰੀ ਆਫ ਦਾ ਸਿੱਖਸ। ਮਗਰ ਛਾਪੀ ਕਿੰਨੀ? ਸਿਰਫ 300, ਮਾਤਰ 300 ਕਿਤਾਬ ਛਾਪੀ, ਕਿਉਂਕਿ 300 ਸਾਲ ਹੈ, ਚਲੋ 300 ਕਿਤਾਬ ਛਾਪ ਦਿਓ। ਪਰ ਹੁਣ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਨਾਅਹਿਲੀ ਜਾਂ ਮੂਰਖਤਾ, ਲਫ਼ਜ਼ ਬੜਾ ਗੰਭੀਰ ਹੈ, ਉਹਦੇ ਵਿੱਚ ਉਸ ਕਿਤਾਬ ਦਾ ਰਾਈਟਰ ਦਾ ਨਾਂ ਨਹੀਂ ਲਿਖਿਆ, ਲਿਖਾਰੀ ਦਾ ਨਾਂ ਨਹੀਂ ਲਿਖਿਆ। ਅੱਛਾ, ਇਹ ਨਹੀਂ ਲਿਖਿਆ ਕਿ ਕਿਹਦੀ ਲਿਖੀ ਹੋਈ ਹੈ, ਨਾ ਹੀ ਉਹਦੇ ਵਿੱਚ ਕੋਈ ਹੋਰ ਹਵਾਲਾ ਦਿੱਤਾ। ਉਹ ਗੁਮਨਾਮ ਕਿਤਾਬ। ਹੁਣ ਉਹ ਜਿਹੜਾ ਦੇਖੋ, ਹੁਣ ਅੱਜ ਖੁਸ਼ਵੰਤ ਸਿੰਘ ਵੀ ਜਦੋਂ ਲਿਖਦਾ ਹੈ, ਜਾਂ ਕਈ ਸਿੱਖ ਇਤਿਹਾਸ ਜਿਹੜੇ ਲਿਖਦੇ ਆ ਰਾਈਟਰਸ, ਥੋੜਾ ਜਿਹਾ ਦੂਜੇ ਪਾਸੇ ਦੇ, ਧਾਰਮਿਕ ਜਾਂ ਪੰਥਕ ਛੱਡ ਦਿਓ, ਜਦੋਂ ਉਹ ਲਿਖਣਗੇ ਗੁਰੂ ਨਾਨਕ ਦੇਵ ਜੀ ਸੈਡ ਦਿਸ, ਮਗਰ ਜਦੋਂ ਖੁਸ਼ਵੰਤ ਸਿੰਘ ਲਿਖਦਾ ਨਾਨਕ ਸੈਡ ਦਿਸ ਥਿੰਗ, ਹੁਣ ਉਹ ਅੰਗਰੇਜ਼ ਹੈ, ਉਹਨੇ ਵੀ ਇਦਾਂ ਹੀ ਲਿਖਿਆ, ਵੈਨ ਗੁਰੂ ਹਰਗੋਬਿੰਦ ਡਾਈਡ, ਵੈਨ ਗੁਰੂ ਅਰਜਨ ਡਾਈਡ। ਹੁਣ ਉਹ ਸਾਰਾ ਕੁਝ ਹੈ ਕਿ ਉਹਨੇ ਉਹ ਜਿਹੜੇ ਹਵਾਲੇ ਉਸ ਵੇਲੇ ਮੌਜੂਦ ਸੀ ਲੈ ਕੇ ਰੱਖੇ। ਪਰ ਇਦਾਂ ਦੀਆਂ ਜਦੋਂ ਵੀ ਕਿਤਾਬਾਂ ਛਪਦੀਆਂ, ਉਸ ਦੇ ਵਿੱਚ ਇਹ ਹੁੰਦਾ ਹੈ ਕਿ ਤੁਸੀਂ ਉਹਦਾ ਸਰੋਤ ਲਿਖੋ, ਉਹਦਾ ਰਾਈਟਰ ਦਾ ਨਾਮ ਲਿਖੋ, ਔਰ ਜਿਹੜੇ ਤੁਹਾਨੂੰ ਇਦਾਂ ਦੇ ਹਵਾਲੇ ਤੁਹਾਨੂੰ ਲੱਗਦੇ ਹੈ ਕਿ ਨਹੀਂ ਸਹੀ ਹੈ, ਉਹਦੇ ਤੁਸੀਂ ਆਪਣਾ ਫੁੱਟਨੋਟ ਲਿਖੋ ਕਿ ਇਹਦਾ ਇਹ ਹੈਗਾ, ਇਸ ਨੇ ਲਿਖਿਆ। ਹੁਣ ਕਿਸੇ ਮੂਲ ਦੇ ਲਿਖਤ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ, ਤਬਦੀਲ ਨਹੀਂ ਕਰ ਸਕਦੇ, ਕਿਸੇ ਕੋਲ ਹੱਕ ਨਹੀਂ ਹੈ, ਪਰ ਤੁਹਾਨੂੰ ਉਹਦੇ ਤੇ ਹੱਕ ਹੈ, ਉਹਦੇ ਤੇ ਤੁਸੀਂ ਲਿਖ ਕੇ ਛਾਪੋ। ਇਹ ਜਿਹੜੀ ਵੱਡੀ ਗਲਤੀ, ਇਹ ਵੱਡੀ ਗਲਤੀ ਸੀਗੀ ਜਿਹੜੀ ਹੈਗੀ ਹੈ, ਇਹ ਉਹਨਾਂ ਕੋਲੋਂ ਹੋਈ। ਪਰ ਉਹ ਹੁੰਦਾ ਇਹ ਹੈ ਕਿ ਦੇਖੋ, ਸਰਕਾਰਾਂ ਦੇ ਵੀ PR ਡਿਪਾਰਟਮੈਂਟ ਹੈ, ਪਬਲਿਸਿਟੀ ਡਿਪਾਰਟਮੈਂਟ ਹੈ। ਜੇ ਸੌਦਾ ਸਾਧਦਾ ਹੁੰਦਾ ਤੇ 90-93 ਲੱਖ ਖਰਚ ਕੇ ਤੇ ਇਹ ਇਸ਼ਤਿਹਾਰ ਦਿੰਦੇ ਆ। ਪਰ ਜਦੋਂ ਇਹ ਐਡੀ ਵੱਡੀ ਗਲਤੀ ਸੀ, ਇਹਦੇ ਤੇ ਇੱਕ ਅੱਧਾ ਇਸ਼ਤਿਹਾਰ ਦਿੰਦੇ, ਉਹਦੇ ਛਾਪ ਦਿੰਦੇ, ਰੋਕ ਲੈਂਦੇ, ਕਰਦੇ।
ਉਹ ਜਦੋਂ ਰੋਲਾ ਪਾਇਆ, ਔਰ ਇਹ ਰੋਲਾ ਪਾਉਣ ਵਾਲੇ ਇਹੀ ਸਿਰਸਾ ਸਾਹਿਬ ਸੀਗੇ। ਇੱਕ ਪਾਸੇ ਇਹਨਾਂ ਦਾ ਨਿਸ਼ਾਨਾ ਸੀ ਸ਼੍ਰੋਮਣੀ ਕਮੇਟੀ ਤੋੜਨੀ, ਸਰਨਾ ਸਾਹਿਬ ਨਾਲ ਮਿਲ ਕੇ ਹਰਿਆਣੇ ਦੀ ਕਮੇਟੀ ਬਣਾਓ, ਇਸ ਨੂੰ ਖੇਰੂ ਕਰੋ। ਦੂਜੇ ਪਾਸੇ ਇਸ ਕਿਤਾਬ ਨੂੰ ਆਧਾਰ ਬਣਾ ਕੇ ਜਦੋਂ ਰੋਲਾ ਪਾਇਆ ਗਿਆ ਤੇ ਉਸ ਵੇਲੇ ਸ਼੍ਰੋਮਣੀ ਕਮੇਟੀ ਜਿਵੇਂ ਡਰ ਕੇ, मतलब वो कहते ना झूठ बोला है तो उस पर कायम भी रहो जफर, आदमी को कुछ तो साहिब किरदार होना चाहिए। वो जिहड़ी गलती हैगी है उन्होंने सुधारन की बजाय इन्होंने कहता सी किताब वापस लेने, वापस लै ली। वो थोड़े दिन चुप रही, दोबारा फिर इन्होंने सिरसा जी ने रौला पाया, वो कहते जी असी 2018 च भी वापस लै ली, दो बारी इको किताब वापस लै ली। जिहड़ी इसनू छापना गलती नहीं सी, इसनू वापस लेना वड्डी गलती है। ਇਹ ਕਿਤਾਬ ਅੱਜ ਵੀ ਚੱਲ ਰਹੀ ਹੈ, ਅੱਜ ਵੀ ਉਹ ਚੀਜ਼ ਹੈਗੀ ਹੈ। ਔਰ ਜੇਕਰ ਇਹ ਜਿਹੜੇ ਬੰਦੇ ਜਿਹੜੇ ਰੋਲਾ ਪਾਉਂਦੇ ਆ, ਮੈਂ ਇੱਕੋ ਗੱਲ ਕਹਿ ਸਕਦਾ ਦਾਅਵੇ ਨਾਲ, ਕਿਸੇ ਨੇ ਕਿਤਾਬ ਨਹੀਂ ਪੜ੍ਹੀ, ਕਿਸੇ ਨੇ ਕਿਤਾਬ ਨਹੀਂ ਦੇਖੀ, ਨਾ ਉਹ ਕਿਤਾਬ ਦੇਖਣ ਦੀ ਇਹਨਾਂ ਦੀ ਸਮਰੱਥਾ ਹੈ। ਅਸਲ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਕਵੀ ਹੋਏ ਹੈ, ਵਰਿੰਦ ਕਵੀ, ਉਹਨਾਂ ਨੇ ਬੜੀ ਸੋਹਣੀ ਗੱਲ ਇੱਕ ਲਿਖੀ ਹੈ। ਉਹ ਕਹਿੰਦੇ ਆ ਕਿ ਕਿਸੇ ਮੂਰਖ ਦੇ ਹੱਥ ਕੋਈ ਕਿਤਾਬ ਫੜਾ ਦਿਓ, ਕਹਿੰਦਾ ਕਿਸੇ ਬਾਣੀਏ ਨੂੰ ਤੁਸੀਂ ਗੁਣਾਂ ਦੀ ਗੁਥਲੀ ਦੇ ਦਿਓ, ਉਹ ਵੇਚ ਦੇਗਾ ਤੋਲ ਕੇ, ਔਰ ਕਿਸੇ ਅੰਨੇ ਨੂੰ ਤੁਸੀਂ ਕੋਈ ਸਾਫ ਸੁਥਰਾ ਸ਼ੀਸ਼ਾ ਦੇ ਦਿਓ, ਉਹ ਕਹਿੰਦੇ ਮੂਰਖ ਕੋ ਪੋਥੀ ਦਈ ਬਾਇਨ ਕੋ ਗੁਣਗਾਥ, ਜੈਸੇ ਨਿਰਮਲ ਆਰਸੀ ਦਈ ਹੰਚ ਕੇ ਹਾਥ। ਅਸਲ ਵਿੱਚ ਇਹ ਜਿਹੜੀ ਕਿਤਾਬ ਦੇ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ ਇਹ ਕਹਿ ਕੇ ਕਿ ਅਸੀਂ ਪਾਬੰਦੀ ਲਗਾਈ, ਫਿਰ ਕਿਉਂ ਰੋਲਾ ਪਾਉਂਦੇ ਹੋ, ਇਹ ਗਲਤ ਹੈ। ਕਿਤਾਬ ਦੇ ਉੱਤੇ ਪਾਬੰਦੀ ਨਹੀਂ, ਬਲਕਿ ਉਸ ਨੂੰ ਮੁੜ ਬਕਾਇਦਾ ਪ੍ਰੋਪਰ ਐਡਿਟ ਕਰਾ ਕੇ ਉਸ ਨੂੰ ਕਰਨਾ ਚਾਹੀਦਾ ਸੀ। 2013 ਦੇ ਵਿੱਚ ਮੈਂ ਇੰਟਰਵਿਊ ਲਿਆ ਸੀ ਉਸ ਵੇਲੇ ਮੱਕੜ ਸਾਹਿਬ ਦਾ, ਔਰ ਉਹਨਾਂ ਨੇ ਕਿਹਾ, ਉਹਨਾਂ ਦਾ ਰਿਕਾਰਡਡ ਹੈ, ਹਾਂ ਸਾਡੇ ਕੋਲੋਂ ਗਲਤੀ ਹੋਈ ਹੈ, ਇਹਦੇ ਤੇ ਨਾਂ ਲਿਖਣਾ ਚਾਹੀਦਾ ਸੀ, ਇਹ ਸਾਡੀ ਗਲਤੀ ਹੈ, ਅਸੀਂ ਵਿਦਵਾਨਾਂ ਦੀ ਰਾਏ ਲੈ ਕੇ ਅਸੀਂ ਇਸ ਨੂੰ ਦੁਬਾਰਾ ਛਾਪਾਂਗੇ ਔਰ ਸਾਰਾ। ਪਰ 2013 ਤੋਂ ਜੀ ਲਾਂਬਾ ਸਾਹਿਬ ਸਵਾਲ ਇਹ ਹੈ, ਸਵਾਲ ਬਹੁਤ ਅਹਿਮ ਆ ਕਿ ਜਦੋਂ ਵੀ ਤੁਸੀਂ ਸ਼ਰਧਾ ਦੀ ਐਨਕ ਲਾ ਕੇ ਕੁਝ ਲਿਖੋਗੇ ਨਾ ਤੇ ਉਹ ਇਤਿਹਾਸ ਨਹੀਂ ਹੋ ਸਕਦਾ, ਉਹ ਇਤਿਹਾਸ ਨਹੀਂ ਹੋ ਸਕਦਾ ਜੀ। ਉਹ ਤਾਂ ਜਿਹਨੂੰ ਸਿਮਰਤੀ ਗ੍ਰੰਥ ਕਹਿੰਦੇ ਹੁੰਦੇ ਨਾ, ਉਹ ਤਾਂ ਹੋ ਸਕਦੇ ਆ, ਜਿਵੇਂ ਅੱਜ ਕੱਲ ਸਾਡੇ ਲੇਖਕਾਂ ਦੇ ਵੀ ਛਪ ਜਾਂਦੇ ਆ। ਸਵਾਲ ਤਾਂ ਇਹ ਹੈ ਕਿ ਕਿਸੇ ਦੀ ਤਾਰੀਫ ਲਈ ਤੁਹਾਨੂੰ ਉਹ ਇਹਨੂੰ ਆਪਾਂ ਛੱਡ ਦਿੰਦੇ ਆ। ਪਰ ਸ਼੍ਰੋਮਣੀ ਕਮੇਟੀ ਕੋਲ ਸਿੱਖ ਇਤਿਹਾਸ ਰਿਸਰਚ ਬੋਰਡ ਵੀ ਹੈ, ਸ਼੍ਰੋਮਣੀ ਕਮੇਟੀ ਕੋਲ ਧਰਮ ਪ੍ਰਚਾਰ ਵਿੰਗ ਵੀ ਹੈ, ਉਹਨਾਂ ਕੋਲ ਆਪਣੇ ਕਈ ਤਰ੍ਹਾਂ ਦੇ ਜਿਹੜੇ ਉਹ ਇਸ ਤਰ੍ਹਾਂ ਦੇ ਵਿੰਗ ਆ, ਜਿਹਦੇ ਵਿੱਚ ਹੁਣ ਜੇ ਪ੍ਰਕਾਸ਼ਨਾਂ ਦੀ ਗੱਲ ਕਰੋ, ਡਾਕਟਰ ਰੂਪ ਸਿੰਘ ਵਰਗੇ ਸਕੱਤਰ ਜਿਹੜੇ ਕਿਤਾਬਾਂ ਲਿਖਣ ਚ ਸੰਪਾਦਿਤ ਕਰਨ ਦੇ ਵਿੱਚ ਬੜੀ ਉਹਨਾਂ ਦੀ ਆਪਣੀ ਕੰਮ ਵੀ ਰਿਹਾ, ਵਿਵਾਦ ਵੀ ਰਿਹਾ। ਹੁਣ ਕੀ ਆਪਾਂ ਕਿਸੇ ਬੁਨਿਆਦੀ ਕਿਤਾਬ ਦਾ ਲੇਖਕ ਪਾਸੇ ਰੱਖ ਦਈਏ, ਅਸੀਂ ਉਹਦਾ ਹਵਾਲਾ ਹੀ ਨਾ ਦਈਏ, ਇਹਨੂੰ ਕਿਵੇਂ ਕਹੋਗੇ, ਇਹਨੂੰ ਤਾਂ ਚੋਰੀ ਕਹੋਗੇ। ਮੇਰਾ ਖਿਆਲ ਇਹ ਲਫ਼ਜ਼ ਮੈਂ ਗਲਤ ਜੇ ਨਹੀਂ ਵਰਤ ਰਿਹਾ ਤਾਂ ਮੈਨੂੰ ਲੱਗਦਾ ਵੀ ਇਹ ਤਾਂ ਐਵੇਂ ਹੀ ਆ ਨਾ, ਜਿਵੇਂ ਕਿਸੇ ਦਾ ਗੀਤ ਚੋਰੀ ਕਰ ਲਓ, ਜਿਵੇਂ ਕਿਸੇ ਦੀ ਲਿਖਤ ਚੋਰੀ ਕਰ ਲਓ, ਕਿਸੇ ਦਾ ਆਪਣੇ ਨਾਂ ਤੇ ਛਪਾ ਲਓ। ਕਿਉਂਕਿ ਜਦੋਂ ਸ਼੍ਰੋਮਣੀ ਕਮੇਟੀ ਪਬਲੀਕੇਸ਼ਨ ਚੋਂ ਆ ਰਹੀ ਹੈ, ਸ਼੍ਰੋਮਣੀ ਕਮੇਟੀ ਉਹਨੂੰ ਅਡਾਪਟ ਕਰ ਰਹੀ ਆ, ਉਹਨੂੰ ਅਪਣਾ ਰਹੀ ਹੈ, ਲੇਕਿਨ ਉਹਨੂੰ ਆਪਣਾ ਕਿਹਾ ਬਣਾ ਰਹੀ ਹੈ ਨਾ, ਜੇ ਕਿਸੇ ਹੋਰ ਦਾ ਨਾਂ ਹੈ ਨਹੀਂ ਤਾਂ। ਹੁਣ ਸਵਾਲ ਇਹ ਆ ਕਿ ਜੇ ਉਹਦੇ ਵਿੱਚ ਕੁਝ ਗਲਤੀਆਂ ਸੀ, ਤੁਸੀਂ ਠੀਕ ਕਹਿ ਰਹੇ ਹੋ, ਉਹਨੂੰ ਸੋਧ ਕਰ ਲੈਣਾ ਚਾਹੀਦਾ ਸੀ। ਤੀਜੀ ਗੱਲ ਤੁਸੀਂ ਆਪ ਹੀ ਉਹ ਕਹਿਤੀ ਹੈ, ਇੱਕ ਤੁਹਾਡੀ ਸਟੇਟਮੈਂਟ ਬਹੁਤ ਖਤਰਨਾਕ ਹੈ, ਮੈਨੂੰ ਇਹਦੇ ਤੇ ਸਫਾਈ ਚਾਹੀਦੀ ਹੈ। ਤੁਸੀਂ ਕਿਹਾ ਵੀ ਸਰਨਾ ਸਾਹਿਬ ਤੇ ਸਿਰਸਾ ਬਲਦੇਵ ਸਿੰਘ ਇਹ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਚਾਹੁੰਦੇ ਸੀ। ਇਹਦੇ ਤੇ ਸਰਨਾ ਸਾਹਿਬ ਵੀ ਰਿਐਕਟ ਕਰਨਗੇ ਤੇ ਸਿਰਸਾ ਵੀ ਕਰਨਗੇ। ਤੁਹਾਡੇ ਆਧਾਰ ਕੀ ਨੇ? ਤੁਸੀਂ ਜਦੋਂ ਕਿਉਂਕਿ ਸਿਰਸਾ ਤੇ ਕਹਿਣਗੇ ਵੀ ਮੈਨੂੰ ਜੇ ਡੇਰਾ ਬਿਆਸ ਦੇ ਖਿਲਾਫ ਕਿਸਾਨਾਂ ਨੇ ਮੋਰਚਾ ਲਾਇਆ ਤੇ ਮੈਂ ਉੱਥੇ ਜਾ ਕੇ ਧਰਨੇ ਤੇ ਬਹਿ ਗਿਆ, ਸਿੰਘੂ ਬਾਰਡਰ ਤੇ ਮੈਂ ਬਹਿ ਗਿਆ। ਹੁਣ ਦੇਖੋ ਮੈਂ ਤਾਂ ਜਾ ਕੇ ਬਹਿ ਗਿਆ ਜੀ ਮੁਹਾਲੀ ਬੋਰਡ ਦੇ ਦਫ਼ਤਰ ਦੇ ਬਾਹਰ, ਮੈਂ ਤਾਂ ਕਰਦਾ ਸੰਘਰਸ਼, ਤੁਸੀਂ ਮੈਨੂੰ ਕਹਿੰਦੇ ਹੋ ਵੀ ਇਹ ਤਾਂ ਸੰਸਥਾਵਾਂ ਤੋੜਨ ਨੂੰ ਫਿਰਦਾ। ਇਸੇ ਤਰ੍ਹਾਂ ਸਰਨਾ ਸਾਹਿਬ ਕਹਿਣਗੇ ਕਿ ਮੈਂ ਤੇ ਸਾਰੀ ਉਮਰ ਮਦਈ ਰਿਹਾ ਵਾਂ ਸਿੱਖ ਸੰਸਥਾਵਾਂ ਦਾ, ਮੈਂ ਮਦਈ ਰਿਹਾ ਵਾਂ ਸੰਸਥਾਵਾਂ ਦੀ ਖੁਦ ਮੁਖਤਾਰੀ ਦਾ, ਮੈਂ ਇਹਨਾਂ ਲਈ ਲੜਦਾ ਰਿਹਾ ਤੇ ਤੁਸੀਂ ਮੈਨੂੰ ਕਹਿੰਦੇ ਹੋ ਮੈਂ ਇਹਨਾਂ ਨੂੰ ਬਰਬਾਦ ਕਰਨਾ ਚਾਹੁੰਦਾ। ਹੁਣ ਇੱਥੇ ਜ਼ਰੂਰ ਆਪਣੀ ਗੱਲ ਰੱਖ ਦਿਓ। ਚਲੋ ਇਹਦੇ ਤੇ ਤੁਸੀਂ ਪੂਰਾ ਐਪੀਸੋਡ ਵੀ ਕਰ ਸਕਦੇ ਹੋ, ਮੈਂ ਸਿਰਫ 2 ਹਵਾਲੇ ਦਿਆਂਗਾ, ਸਿਰਫ ਇਸ਼ਾਰਤਨ। ਜਿਹੜੀ ਹਰਿਆਣਾ ਸ਼੍ਰੋਮਣੀ ਕਮੇਟੀ ਦੇ ਮੁਕਾਬਲੇ ਦੇ ਉੱਤੇ ਉਹ ਇਲਾਕੇ ਕੱਢ ਕੇ ਹਰਿਆਣਾ ਦੀ ਵੱਖਰੀ ਕਮੇਟੀ ਬਣਾਈ ਗਈ, ਬਣਾਉਣ ਦੀ ਜਿਹੜੀ ਕੋਸ਼ਿਸ਼ ਸੀ, ਉਹਦੇ ਵਿੱਚ ਦਿੱਲੀ ਕਮੇਟੀ ਦਾ ਪੂਰਾ ਸਹਿਯੋਗ ਸੀ। ਪਹਿਲੀ ਗੱਲ, ਉਹਦਾ ਵਿਸਥਾਰ ਦਿੱਤਾ ਜਾ ਸਕਦਾ। ਦੂਜੀ, ਦਿੱਲੀ ਗੁਰਦੁਆਰਾ ਕਮੇਟੀ ਦੀ ਸਟੇਜ ਦੇ ਉੱਤੋਂ ਇਹ ਕਿਹਾ ਗਿਆ
ਕਿ ਦਰਸ਼ਨ ਸਿੰਘ ਰਾਗੀ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਸਟੇਜ ਰਕਾਬਗੰਜ ਸਾਹਿਬ ਤੋਂ ਕਿਹਾ ਕਿ ਜਿਹੜੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਹੈ, ਪਰ ਅਗਰ ਉਹ ਗੁਰਮਤ ਅਨਸਾਰ ਨਹੀਂ ਹੈ, ਅਸੀਂ ਉਸ ਨੂੰ ਨਹੀਂ ਮੰਨਾਂਗੇ। ਇਸ ਤੋਂ ਵੱਧ ਖਤਰਨਾਕ ਸਟੇਟਮੈਂਟ ਨਹੀਂ ਹੋ ਸਕਦੀ। ਜੇ ਗੁਰੂ ਗੋਬਿੰਦ ਸਿੰਘ ਬਾਣੀ ਹੈ, ਉਹਨੂੰ ਵੀ ਅਸੀਂ ਨਹੀਂ ਮੰਨਾਂਗੇ। ਫਿਰ ਜਿਹੜੀ ਮਰਿਆਦਾ ਅਕਾਲ ਤਖਤ ਸਾਹਿਬ ਦੀ ਸੀ, ਜਿਹੜੀ ਸੰਗਰਾਂਦ ਦੀਆਂ ਤਰੀਕਾਂ ਸੀ, ਦਿੱਲੀ ਕਮੇਟੀ ਨੇ ਵੱਖਰੀਆਂ ਕੀਤੀਆਂ। ਜਿਨ੍ਹਾਂ ਨੂੰ ਜਿਨ੍ਹਾਂ ਦੇ ਅਕਾਲ ਤਖਤ ਸਾਹਿਬ ਦੇ ਵਿਰੋਧ ਵਿੱਚ ਜਿਨ੍ਹਾਂ ਦੇ ਉਹਨਾਂ ਦੇ ਆਦੇਸ਼ ਹੋਏ, ਉਹਨਾਂ ਨੂੰ ਸਾਰੀ ਸਟੇਜ ਜਿਹੜੀ ਹੈ ਦਿੱਲੀ ਗੁਰਦੁਆਰਾ ਕਮੇਟੀ ਦਿੰਦੀ ਰਹੀ। ਸੋ ਉਹ ਬਹੁਤ ਲੰਬੀ ਲਿਸਟ ਹੈ। ਬਾਕੀ ਰਹਿ ਗਈ ਸਿਰਸਾ ਸਾਹਿਬ, ਤੁਸੀਂ ਗੱਲ ਕੀਤੀ ਹੈ, ਮੈਂ ਦੱਸ ਦਿੰਦਾ। ਇੱਕ ਵਾਰ ਇੱਕ ਲਾਈਵ ਪ੍ਰੋਗਰਾਮ ਦੇ ਵਿੱਚ ਸਿਰਸਾ ਸਾਹਿਬ ਆਏ, ਦੂਜੇ ਵੀ ਸੀਗੇ। ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਜੀ ਹਰਿਆਣੇ ਦੇ ਵੱਲੋਂ ਇੰਨਾ ਫੰਡ ਦਿੱਤਾ ਜਾਂਦਾ ਹੈ ਤੇ ਸ਼੍ਰੋਮਣੀ ਕਮੇਟੀ ਸਾਨੂੰ ਕੁਝ ਨਹੀਂ ਮੋੜਦੀ, ਸਾਰਾ ਪੈਸਾ ਖਾ ਜਾਂਦੀ ਹੈ। ਕੁਦਰਤੀ ਉਸ ਵੇਲੇ ਬਾਈ ਚਾਂਸ ਮੇਰੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਸੀ। ਸਿਰਸਾ ਸਾਹਿਬ ਨੂੰ ਕਿਹਾ, ਸਿਰਸਾ ਸਾਹਿਬ ਇਹ ਬਜਟ ਸਾਹਮਣੇ ਪਿਆ ਹੈ, ਜੇ ਤੁਸੀਂ ਅਗਰ 4 ਆਨੇ ਕੰਟਰੀਬਿਊਟ ਕਰਦੇ ਹੋ ਤੇ ਤੁਹਾਨੂੰ ਉਹਦੇ ਚੋਂ 12 ਆਨੇ ਤੁਹਾਨੂੰ ਵਾਪਸ ਕੀਤੇ ਜਾਂਦੇ ਆ, 3 ਗੁਣਾ। ਇਹ ਡਾਟਾ ਹੈਗਾ। ਔਖੇ ਹੋ ਕੇ ਉੱਠ ਕੇ ਚਲੇ ਗਏ ਕਿ ਤੁਸੀਂ ਮੇਰੀ ਬੇਇੱਜ਼ਤੀ ਕਰਨ ਲਈ ਇੱਥੇ ਬੁਲਾ ਰਹੇ ਹੋ। ਖੈਰ, ਇਹ ਦੋਨੋਂ ਜਿਹੜੇ ਹੈ ਨਾ, ਉਹ ਇਹਦੇ ਤੇ ਵਿਸਥਾਰ ਸਹਿਤ ਹੋ ਸਕਦਾ ਹੈ। ਅਗਰ ਇਹ ਗੱਲ ਹੋਏ ਤੇ ਫਿਰ ਦੋਨਾਂ ਦਾ ਵਖਰੇਵਾ ਨਹੀਂ ਸੀ ਹੋ ਸਕਦਾ, ਔਰ ਉਹਦੇ ਚ ਕਈ ਐਂਗਲ ਹੈਗੇ ਆ ਜਿਹੜੇ ਕਿ ਬਹੁਤ ਵਿਸਥਾਰ ਮੰਗਦੇ ਆ। ਰਹਿ ਗਈ ਗੱਲ ਤੁਹਾਡੀ ਉਸ ਕਿਤਾਬ ਦੀ ਜਿਹੜੀ ਹੈਗੀ ਹੈ, ਬਿਲਕੁਲ ਉਹ ਕਿਤਾਬ ਨੂੰ ਅਗਰ ਸਮਾਪਤ ਨਹੀਂ ਕਰ, ਉਹਦੇ ਚ ਜਿਹੜਾ ਹੁਣ ਚੋਰੀ ਕੀਤੀ ਹੈ, ਚੋਰੀ ਹੁੰਦਾ ਹੈ ਕਿ ਕਿਸੇ ਹੋਰ ਬੰਦੇ ਦਾ ਨਾਂ ਦੇ ਦਿੰਦੇ। ਜਾਪਦਾ ਹੈ ਕਿ ਇਹ ਬੜੀ ਵੱਡੀ ਕੋਤਾਹੀ ਹੈ ਜਿਹੜੀ ਲੱਗਦੀ ਹੈ ਕਿ ਨਾਂ ਨਹੀਂ ਦੇਣਾ, ਕਿਉਂਕਿ ਉਹਦੇ ਚੋਂ ਕਿਸੇ ਦਾ ਕੋਈ ਨਿੱਜੀ ਲਾਭ ਨਹੀਂ, ਉਹਨਾਂ ਦਾ ਕੋਈ ਮੋਟਿਵ ਨਹੀਂ ਹੈ। ਔਰ ਜੇ ਕਿਸੇ ਰਾਈਟਰ ਦਾ ਮੋਟਿਵ ਹੁੰਦਾ ਹੈ, ਉਹ ਬੜੀ ਵੱਡੀ ਅਹਿਮ ਚੀਜ਼ ਹੁੰਦੀ ਹੈ। ਜਦੋਂ ਕਨਿੰਗਮ ਲਿਖ ਰਿਹਾ, ਉਹਦਾ ਮੋਟਿਵ ਇਤਿਹਾਸ ਨੂੰ ਪੇਸ਼ ਕਰਨਾ। ਅਗਰ ਜਿਹੜਾ ਤਰੀਕਾ, ਜਿਹੜਾ ਢੰਗ ਵਿੱਚੋਂ ਇੱਕ ਅੱਧੀ ਤੁਕ ਜਿਹੜੀ ਕੱਢ ਕੇ ਅਗਰ ਉਸ ਨੂੰ ਪੇਸ਼ ਕੀਤਾ ਜਾਏ, ਤਾਂ ਫਿਰ ਉਹਦਾ ਤਾਂ ਤੇ ਅਗਰ ਮੈਂ ਕਹਿ ਸਕਦਾ, ਮੈਨੂੰ ਕਹਿਣ ਦੇਣਾ, ਇੱਕ ਕਿਤਾਬ ਦਾ ਮੈਂ ਹਵਾਲੇ 2 ਦੇਣੇ ਚਾਹਾਂਗਾ। ਅਗਰ ਸਿਰਫ ਇਸ ਬਣਾ ਦੇ ਉੱਤੇ ਕਿਤਾਬਾਂ ਰੱਦ ਹੋਣੀਆਂ ਸ਼ੁਰੂ ਹੋ ਜਾਣ, ਔਰ ਉਹ ਬੰਦੇ ਕਰਨ ਜਿਨ੍ਹਾਂ ਦਾ ਆਪਣਾ ਕੋਈ ਅਕੈਡਮਿਕ ਨਹੀਂ ਹੈ, ਪੱਧਰ ਨਹੀਂ ਹੈਗਾ, ਜਾਂ ਤੇ ਉਹਦਾ ਐਨਾਲਿਸਿਸ ਕਰਕੇ ਬਣਾ ਕੇ ਸਾਨੂੰ ਦੇਣ ਪੂਰਾ ਪੇਪਰ, ਜਿਹੜਾ ਮੈਨੂੰ ਕੀ, ਮੇਰੀ ਕੀ ਹੈਸੀਅਤ ਹੈ ਸ਼੍ਰੋਮਣੀ ਕਮੇਟੀ ਨੂੰ ਇਸ ਜਨਤਕ ਤੌਰ ਤੇ ਕਰਨ। ਹੁਣ ਹੀਰ ਵਾਰਿਸ ਸ਼ਾਹ ਦੇ ਵਿੱਚ ਬੜੇ ਐਸੇ ਲਫ਼ਜ਼ ਹੈ ਜਿਨ੍ਹਾਂ ਨੂੰ ਸਿੱਧੇ ਹੀ ਅਸ਼ਲੀਲਤਾ ਦੇ ਵਿੱਚ ਲੈ ਲਏ ਜਾਂਦੇ ਆ, ਪਰ ਹੀਰ ਵਾਰਿਸ ਸ਼ਾਹ ਨੂੰ ਬੜਾ ਵੱਡਾ ਮੰਨਿਆ ਗਿਆ। ਕੁਰਾਨ ਦੇ ਵਿੱਚ ਯੂਸਫ ਜ਼ੁਲੈਖਾ ਦੀ ਕਹਾਣੀ ਨੂੰ ਉਹਨੂੰ ਕਿੱਸਾ ਅਵਲ ਕਿਹਾ ਗਿਆ, ਉਹਨੂੰ ਰੱਬ ਦੀ ਸਭ ਤੋਂ ਵੱਡੀ ਇਸ਼ਕ ਦੀ ਜਿਹੜੀ ਗੱਲ ਕੀਤੀ ਗਈ ਹੈ, ਇਸ਼ਕੇ ਮਜਾਜ਼ੀ ਤੋਂ ਇਸ਼ਕੇ ਹਕੀਕੀ ਦੀ ਗੱਲ ਕੀਤੀ ਗਈ ਹੈ। ਜੇਕਰ ਅਗਰ ਇਸ ਤਰੀਕੇ ਦੇ ਨਾਲ ਹਰ ਇਤਿਹਾਸਕਾਰ ਨੇ ਜਦੋਂ ਵੀ ਉਹ ਲਿਖਦਾ ਹੈ, ਉਹਦੇ ਹਵਾਲੇ ਦੇ ਕੇ ਉਹਦੇ ਚੋਂ ਇੱਕ ਅੱਧਾ ਲਫ਼ਜ਼ ਕੱਢ ਕੇ ਨਹੀਂ ਕੀਤਾ ਜਾ ਸਕਦਾ। ਜਿਵੇਂ ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਲਫ਼ਜ਼ ਹੈ, ਭਾਈ ਗੁਰਦਾਸ ਜੀ ਦੀ ਜਿਹੜੀ ਬਾਣੀ ਪ੍ਰਵਾਨ ਹੈ, ਉਹਦੇ 'ਚ ਇੱਕ ਲਿਖੀ ਹੈ ਕਿ ਜੇ ਕੋਈ ਕੁੱਤਾ ਕਿਧਰੇ ਮਿੱਟੀ ਦੇ ਵਿੱਚ ਬਹਿ ਜਾਏ ਤੇ ਉਹਦੇ ਥੱਲੇ ਮਿੱਟੀ ਲੱਗ ਜਾਏ ਤੇ ਉਹ ਸਮਝਦਾ ਮੈਂ ਕੁਮਾਰਾਂ ਦਾ ਕੁੱਤਾ ਹੋ ਗਿਆ। ਭਾਈ ਗੁਰਦਾਸ ਦੇ ਲਫ਼ਜ਼ ਹੈ, ਚੁੱਤੜ ਮਿੱਟੀ ਜਿਸ ਲਗੇ ਜਾਣੇ ਖਸਮ ਕੁਮਾਰਾਂ ਕੁੱਤਾ। ਹੁਣ ਇੱਕ ਕਿਤਾਬ ਹੋਰ ਹੈ, ਉਹ ਵੀ ਸ਼੍ਰੋਮਣੀ ਕਮੇਟੀ ਨੇ ਛਾਪੀ ਹੈ, ਪੰਜਾਬ ਸਰਕਾਰ ਨੇ ਛਾਪੀ ਹੈ, ਭਾਈ ਵੀਰ ਸਿੰਘ ਜੀ ਨੇ ਉਹਨੂੰ ਐਡਿਟ ਕੀਤਾ, ਔਰ ਉਹਦੇ ਵਿੱਚ ਉਹ ਲਿਖਦੇ ਆ, ਕਭੀ ਨਾ ਗਾਂਡੂ ਰਣ ਚੜੇ, ਕਭੀ ਨਾ ਬਾਜੇ ਬੰਬ, ਸਗਲ ਸਭਾ ਕੋ ਰਾਮ ਰਾਮ, ਬਿਦਾ ਹੋਤ ਹੈ ਗੰਗ। ਇਤਿਹਾਸ ਦੀਆਂ ਇੱਕ ਨਹੀਂ ਹੈ, ਮੈਂ ਹਵਾਲੇ ਦੇਣੇ ਸ਼ੁਰੂ ਕਰਾਂ, ਤੁਸਕੇ ਜਹਾਂਗੀਰੀ ਹੈ, ਮੁਆਸਰੇ ਆਲਮਗੀਰੀ ਹੈ, ਅਸਰਾਰੇ ਸਮਦੀ ਹੈ, ਕਾਜ਼ੀ ਨੂਰ ਮੁਹੰਮਦ ਦੀ ਹੈ, ਦਿਲ ਮੁਹੰਮਦ ਪਸਰੂਰੀ ਦੀ ਹੈ, ਖਾਲਸਾ ਨਾਮਾ, ਹੋਰ ਇਤਨੀਆਂ ਕਿਤਾਬਾਂ ਉਹਦੇ ਵਿੱਚ ਹੈਗੀਆਂ ਜਿਨ੍ਹਾਂ ਦੇ ਕੋਈ ਲਿਸਟ ਨਹੀਂ ਮੁੱਕਦੀ। ਉਮਦਤ ਤਾਰੀਖ ਹੈ ਸੋਹਣ ਲਾਲ ਦੀ, ਤਾਰੀਖੇ ਸਿੱਖਾਂ ਖੁਸ਼ਵਕਤ ਰਾਏ ਦੀ, ਇਬਰਤਨਾਮਾ ਅਲੀਉਦੀਨ ਦਾ, ਮੋਹਸਨ ਫਾਨੀ ਮੁਹੰਮਦ ਲਤੀਫ ਦੀ, ਹਰੀ ਰਾਮ ਗੁਪਤਾ ਦੀ ਕਿਤਾਬ ਹੈ, ਗੋਕਲ ਚੰਦ ਨਾਰੰਗ ਦੀ ਹੈ, NK ਸਿਨਹਾ ਦੀ ਹੈ। ਇੰਨੀਆਂ ਕਿਤਾਬਾਂ, ਜੇ ਇਹਦੇ ਵਿੱਚ ਤੁਸੀਂ ਤੁਕਾਂ ਲੱਭਣੀਆਂ ਸ਼ੁਰੂ ਕਰੋਗੇ ਨਾ, ਤੇ ਮੇਰਾ ਖਿਆਲ ਹੈ ਉਹ ਹਾਲ ਹੋ ਜਾਏਗਾ ਜਿਹੜਾ ਅਲੈਗਜ਼ੈਂਡਰੀਆ ਦੀ ਲਾਇਬ੍ਰੇਰੀ ਦਾ ਕੀਤਾ ਗਿਆ ਸੀ। ਅਲੈਗਜ਼ੈਂਡਰੀਆ ਦੀ ਲਾਇਬ੍ਰੇਰੀ ਸਭ ਤੋਂ ਵੱਡੀ ਲਾਇਬ੍ਰੇਰੀ ਸੀ ਦੁਨੀਆ ਦੀ, ਔਰ ਅੱਜ ਵੀ ਹੈਗੀ ਹੈ, ਉਹਨਾਂ ਨੇ ਉਹ ਕਾਇਮ ਰੱਖੀ ਹੈ ਮਿਊਜ਼ੀਅਮ ਤੇ ਉਹ। ਮਗਰ ਉਹਦੇ ਵਿੱਚ ਕਹਿੰਦੇ ਉਮਰ, ਖਲੀਫਾ ਉਮਰ ਦੇ ਟਾਈਮ, ਜਿਸ ਵੇਲੇ ਉਹਨਾਂ ਨੇ ਕਿਹਾ 640 ਈਸਵੀ ਦੇ ਵਿੱਚ ਕਿ ਇਸ ਲਾਇਬ੍ਰੇਰੀ ਵਿੱਚ ਹਜ਼ਾਰਾਂ ਕਿਤਾਬਾਂ, ਪਰ ਜੇਕਰ ਅਗਰ ਕੋਈ ਕਿਤਾਬ ਅਗਰ ਇਹਦੇ ਵਿੱਚ ਕੁਰਾਨ ਮਜੀਦ ਦੇ ਖਿਲਾਫ ਹੈ,
ਉਹ ਰੱਖਣ ਦਾ ਕੀ ਫਾਇਦਾ, ਸਾੜ ਦਿਓ। ਔਰ ਜੇ ਕੋਈ ਕੁਰਾਨ ਦੇ ਅਨੁਰੂਪ ਹੈ ਫਿਰ ਰੱਖਣ ਦੀ ਕੀ ਲੋੜ ਹੈ, ਕੁਰਾਨ ਸਾਡੇ ਕੋਲ ਹੈਗੀ ਹੈ, ਉਹ ਲਾਇਬ੍ਰੇਰੀ ਸਾੜ ਦਿੱਤੀ ਗਈ। ਹੁਣ ਇਹਦੇ ਚ ਕਿੰਨੀ ਸਚਾਈ ਹੈ, ਨਹੀਂ, ਕਈ ਵਰਜ਼ਨਸ ਹੈਗੇ ਆ, ਪਰ ਕਹਿਣ ਦਾ ਮਤਲਬ ਹੈ ਕਿ ਉਹ ਲਾਇਬ੍ਰੇਰੀ ਖਤਮ ਹੋ ਗਈ ਸੀ। ਜੇ ਸਿੱਖ ਇਤਿਹਾਸ ਬੋਰਡ ਦੀ ਤੁਸੀਂ ਗੱਲ ਕੀਤੀ ਹੈ, ਉਹ ਸੀ, ਉਹ ਇੱਕ ਬੀਤ ਚੁੱਕੇ ਯੁੱਗ ਦੀ ਗੱਲ ਕਰਦੇ ਹੋ, ਜਿਹਦੇ ਵਿੱਚ ਬੜੇ ਵੱਡੇ ਵੱਡੇ ਵਿਦਵਾਨ ਸਨ, ਔਰ ਉਹ ਵਿਦਵਤਾ ਦੇ ਨਾਲ ਉਹ ਰਿਸਰਚ ਕਰਦੇ ਸੀਗੇ। ਉਹਨਾਂ ਦੇ ਅੱਜ ਵੀ ਉਹ ਸਾਂਭੇ ਪਏ ਆ, ਜਿਹੜੇ ਉਹਨਾਂ ਦੇ ਇਤਿਹਾਸਕ ਪੱਤਰ ਹੈਗੇ ਆ, ਉਹ ਸਿਰਫ 22 ਜਾਂ 23 ਜਾਂ 24 ਮਿਲਦੇ ਆ, ਨਹੀਂ ਤੇ ਉਹ ਅੱਜ ਦੀ ਗਿਣਤੀ 'ਚ ਹਰ ਮਹੀਨੇ ਆਉਣਾ ਚਾਹੀਦਾ ਸੀਗਾ। ਬੜੀ ਉਹਨਾਂ ਨੇ ਖੋਜ ਕਰਕੇ ਪ੍ਰੇਮ ਸਮਾਰਕ ਗ੍ਰੰਥ ਦੇ ਉੱਤੇ ਲਿਖਿਆ, ਜਿਹੜੀ ਹੋਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਤੇ ਲਿਖਿਆ, ਇਤਿਹਾਸ ਤੇ ਲਿਖਿਆ, ਪਰ ਉਸ ਨੂੰ ਰਿਵਾਈਵ ਕਰਨ ਦੀ ਲੋੜ ਸੀ ਔਰ ਬਕਾਇਦਾ ਉਹ ਵਿੰਗ ਬਣਾਉਣ ਦੀ। ਪਰ ਸਵਾਲ ਹੈ ਕਿ ਜਿਹੜੇ ਮੌਜੂਦਾ ਹਾਲਾਤ ਦੇ ਵਿੱਚ ਜੋ ਚੱਲ ਰਿਹਾ, ਔਰ ਇਹਦਾ ਜਿਹੜਾ ਨਿਸ਼ਾਨਾ ਹੈ ਰੰਧਾਵਾ ਸਾਹਿਬ, ਮੈਨੂੰ ਕਹਿਣ ਦਿਓ, ਇਹ ਨਿਸ਼ਾਨਾ ਸਿੱਖ ਇਤਿਹਾਸ ਕਿਤਾਬ ਨਹੀਂ ਹੈ, ਇਹ ਵੀ ਨਹੀਂ ਹੈ। ਅਸਲ ਵਿੱਚ ਮੈਂ ਤੁਹਾਨੂੰ ਦੱਸਿਆ ਕੈਲਕੂਲੇਟਡ ਮੂਵ ਹੈ। ਹਰ ਇਤਿਹਾਸ ਦਾ ਜਿਹੜਾ ਸਾਡਾ ਸਰੋਤ ਹੈ, ਭਾਵੇਂ ਉਹ ਗੁਰਬਿਲਾਸ ਹੈ, ਸੂਰਜ ਪ੍ਰਕਾਸ਼ ਹੈ, ਮਹਿਮਾ ਪ੍ਰਕਾਸ਼ ਹੈ, ਨਾਨਕ ਪ੍ਰਕਾਸ਼ ਹੈ, ਉਹ ਵੱਧਦਿਆਂ ਵੱਧਦਿਆਂ ਭਾਈ ਗੁਰਦਾਸ ਹੈ, ਜਾਂ ਫਿਰ ਅੱਗੇ ਵੱਧਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਹੈ, ਉਸ ਤੋਂ ਅੱਗੇ ਜਾਂਦਿਆਂ ਫਿਰ ਗੁਰੂ ਗ੍ਰੰਥ ਸਾਹਿਬ ਤੇ ਅਟੈਕ ਹੈ। ਇਹ ਰਾਗਮਾਲਾ ਬਾਣੀ ਨਹੀਂ, ਇਹ ਭੱਟਾਂ ਦੀ ਸਵਈਏ ਬਾਣੀ ਨਹੀਂ, ਇਹ ਭਗਤਾਂ ਦੀ ਬਾਣੀ ਨਹੀਂ। ਐਸੀ ਕਰਕੇ ਇਹ ਪੂਰੇ ਦਾ ਪੂਰਾ ਜਿਹੜਾ ਕਰਕੇ ਸਾਡਾ ਸਾਰੇ ਦਾ ਸਾਰਾ ਉਹ ਫਿਰ ਜਿਵੇਂ ਗੋਭੀ ਦੇ ਪੱਤੇ ਲਾਈ ਜਾਓ, ਵਿੱਚੋਂ ਕੁਝ ਵੀ ਨਹੀਂ ਬਚੇਗਾ, ਕੱਖ ਨਹੀਂ ਰਹਿਣਾ, ਤੇ ਸਾਡਾ ਵੀ ਫਿਰ ਕੱਖ ਨਹੀਂ ਰਹਿਣਾ। ਲਾਂਬਾ ਸਾਹਿਬ, ਤੁਸੀਂ ਵਾਕਈ ਧੋ ਪਾਉਣ ਵਾਲੇ ਲਫ਼ਜ਼ ਵਰਤਦੇ ਹੋ, ਔਰ ਤੁਹਾਡੀ ਜਾਣਕਾਰੀ, ਤੁਹਾਡੀ ਸਮਝ ਇੰਨੀ ਕੁ ਵਿਸ਼ਾਲ ਹੈ। ਕਈ ਵਾਰੀ ਤਾਂ ਇੰਜ ਹੁੰਦਾ ਕਿ ਨਿਰਾਸ਼ਤਾ ਫੈਲ ਜਾਂਦੀ ਹੈ, ਬਹੁਤ ਤੁਸੀਂ ਉਦਾਸ ਹੋ ਜਾਂਦੇ ਹੋ ਕਿ ਕੀ ਵਾਪਰ ਰਿਹਾ, ਕਿਉਂਕਿ ਜੇਕਰ ਆਲੇ ਦੁਆਲੇ ਤੇ ਝਾਤ ਮਾਰੋ ਤੇ ਕੌਮਾਂ ਦੀ ਹੋਂਦ ਹਸਤੀ ਇਸੇ ਗੱਲ ਤੇ ਕਾਇਮ ਦਾਇਮ ਆ ਕਿ ਉਹ ਆਪਣੇ ਅਤੀਤ ਨਾਲ ਕਿੰਨੇ ਜੁੜੇ ਆ, ਜਾਂ ਅਤੀਤ ਦੇ ਨਜ਼ਰੀਏ ਤੋਂ ਭਵਿੱਖ ਨੂੰ ਕਿਵੇਂ ਘੜਦੇ ਆ। ਇਹਦੇ ਲਈ ਦੋ ਹੀ ਤਰੀਕੇ ਹੁੰਦੇ ਆ, ਇੱਕ ਤਾਂ ਸੰਸਥਾਵਾਂ, ਦੂਜੇ ਤੁਹਾਡੇ ਵਿਦਵਾਨ ਲੋਕ। ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਿੱਖ ਇਤਿਹਾਸ ਰਿਸਰਚ ਬੋਰਡ ਹੁਣ ਕਿਸੇ ਦੀ ਤਰਜੀਹ ਧਰਿਆ ਨਹੀਂ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋ ਜਾਂਦੀਆਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਜਾਂਦੇ ਆ, ਸ਼੍ਰੋਮਣੀ ਕਮੇਟੀ ਦੇ ਵਿੱਚ ਸਕੱਤਰ ਤੇ ਬਾਕੀ ਉਹਦੇ ਤਲਾਤ। ਕਦੀ ਕਿਸੇ ਨੇ ਪੁੱਛਿਆ ਕਿ ਉੱਥੇ ਡਾਇਰੈਕਟਰ ਕੌਣ ਲਾਇਆ ਜੀ, ਸਿੱਖ ਇਤਿਹਾਸ ਰਿਸਰਚ ਬੋਰਡ ਦਾ ਮੁਖੀ ਕੌਣ ਆ, ਉੱਥੇ ਕਿੰਨੇ ਕੁ ਵਿਦਵਾਨ ਕੰਮ ਕਰਦੇ ਆ, ਉਹ ਕਿਹੜੀ ਸਪੇਸ ਤੇ ਬੈਠੇ ਹੋਏ ਆ, ਜੇ ਕਿਸੇ ਨੇ ਮਿਲ ਜਾਣਾ ਤੇ ਕਿੱਥੇ ਬੈਠਦੇ ਨੇ ਜੀ, ਉਹ ਉੱਥੇ ਲਾਇਬ੍ਰੇਰੀ 'ਚ ਕੋਈ ਵਾਧਾ ਹੋਇਆ ਕਿ ਨਹੀਂ, ਦੁਨੀਆ ਭਰ ਦੀਆਂ ਨਵੀਆਂ ਕਿਤਾਬਾਂ 'ਚ ਕੁਝ ਨਵੀਆਂ ਐਡ ਕੀਤੀਆਂ ਲਿਆ ਕੇ। ਮੈਨੂੰ ਕਦੇ ਇੰਜ ਝਿਜਕ ਨਾਲ ਕਹਿਣਾ ਪੈਂਦਾ, ਕਿਉਂਕਿ ਮੈਂ ਪੂਰਨ ਸਿੱਖ ਵੀ ਨਹੀਂ ਗਾ, ਮੈਨੂੰ ਇੰਜ ਲੱਗਦਾ ਹੈ ਕਿ ਜਿਹੜਾ ਕੰਮ ਸ਼ਿੱਦਤ ਨਾਲ ਨਿੱਠ ਕੇ ਆਉਣਾ ਚਾਹੀਦਾ ਸੀ, ਉਹਨੂੰ ਅਸੀਂ ਜਾਣ ਬੁੱਝ ਕੇ ਖੂੰਜੇ ਲਾਤਾ, ਔਰ ਖੂੰਜੇ ਲਾਇਆ ਗਿਆ ਉਹਨਾਂ ਸਿਆਸਤਦਾਨਾਂ ਵੱਲੋਂ ਜਿਹੜੇ ਫੈਸਲਾ ਕੁੰਨ ਨੇ ਹਰ ਮੂਵ ਲਈ, ਜਿਨ੍ਹਾਂ ਨੇ ਹਰ ਘਾੜਤ ਘੜਨੀ ਹੈ, ਜਿਨ੍ਹਾਂ ਨੇ ਅਹੁਦੇ ਵੰਡਣੇ ਆ। ਇਹ ਅਹਿਮ ਸਵਾਲ ਨੇ ਜਿਨ੍ਹਾਂ ਨੂੰ ਐਡਰੈਸ ਕੋਈ ਨਹੀਂ ਕਰ ਰਿਹਾ। ਵਿਦਵਾਨ ਲੋਕ ਅਖਬਾਰਾਂ ਦੇ ਵਿੱਚ ਲੇਖ ਲਿਖਦੇ ਆ ਆਰਥਿਕਤਾ ਤੇ, ਲੇਕਿਨ ਜੜ੍ਹਾਂ ਤੇ ਕੋਈ ਨਹੀਂ ਲਿਖਦਾ। ਹੁਣ ਇਹ ਸਵਾਲਾਂ ਨੂੰ ਐਡਰੈਸ ਤਾਂ ਕਰਨਾ ਹੀ ਪੈਣਾ। ਤੁਸੀਂ ਬੜੇ ਵੱਡੇ ਸਵਾਲ ਉਠਾਤੇ ਆ, ਹੋ ਸਕਦਾ ਸਰਨਾ ਸਾਹਿਬ ਇਤਰਾਜ਼ ਉਠਾਉਣ, ਸਿਰਸਾ ਇਤਰਾਜ਼ ਉਠਾਉਣ, ਉਹਨਾਂ ਨੂੰ ਅਸੀਂ ਮੌਕਾ ਦੇਵਾਂਗੇ, ਜੇ ਉਹ ਕਹਿਣਾ ਚਾਹੁੰਦੇ ਆ ਜ਼ਰੂਰ ਅਸੀਂ ਮੰਚ ਮੁਹੱਈਆ ਕਰਾਂਗੇ। ਲੇਕਿਨ ਆਖਰ ਦੇ ਵਿੱਚ ਮੈਂ ਸਿਰਫ ਤੁਹਾਨੂੰ ਇਹੀ ਕਹਿਣਾ ਹੈ, ਤੁਸੀਂ ਨਿੱਜੀ ਹੈਸੀਅਤ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਲਿਖੋ, ਅਕਾਲੀ ਦਲ ਦੇ ਪ੍ਰਧਾਨ ਨੂੰ ਪੱਤਰ ਲਿਖੋ, ਜੇ ਟੈਲੀਫੋਨ ਕਰ ਸਕਦੇ ਹੋ ਕਰੋ, ਕਿਉਂਕਿ ਸਾਡੀ ਹੈਸੀਅਤ ਨਹੀਂ, ਅਸੀਂ ਉਸ ਤਰ੍ਹਾਂ ਦੇ ਧਾਰਮਿਕ ਨਹੀਂ ਗੇ। ਤੁਹਾਡੀ ਸਮਝ ਤੇ ਤੁਹਾਡੀ ਰਿਸਰਚ ਬਹੁਤ ਵੱਡੀ ਆ, ਅਹਿਮ ਬੰਦਿਆਂ ਨੂੰ ਅਹਿਮ ਅਹੁਦਿਆਂ ਤੇ ਲਾਉਣ, ਤਾਂ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਵਿਵਾਦ ਛਿੜਦਾ ਉਹਦਾ ਜਵਾਬ ਤਾਂ ਠੀਕ ਦਿੱਤਾ ਜਾ ਸਕੇ। ਇਹ ਬਹੁਤ ਵੱਡਾ ਸਵਾਲ ਹੈ। ਸੋ ਮੈਂ ਸਮਝਦਾ ਹਾਂ ਕਿ ਅਸੀਂ ਹੁਣ ਇਸ ਬਾਣੀ ਨੂੰ ਵਿਰਾਮ ਦਿੰਦੇ ਹਾਂ। ਜੇ ਤੁਸੀਂ ਆਗਿਆ ਤਾਂ ਉਹ ਤੁਹਾਨੂੰ ਬੰਦ ਕਰ ਲੈਂਦੇ ਹਾਂ। ਜੇ ਕੁਝ ਕਹਿਣਾ ਤਾਂ ਮੈਂ ਜਿਹੜਾ ਇੱਕ ਸ਼ਬਦ ਚੋਰੀ ਵਾਲਾ ਵਰਤਿਆ ਸੀ, ਉਹਨੂੰ ਆਪਾਂ ਬਦਲ ਲੈਂਦੇ, ਉਹਦੀ ਮਾਫੀ ਮੰਗ ਲੈਂਦੇ ਹਾਂ। ਨਾ ਅਹਿਲੀਅਤ, ਪ੍ਰਸ਼ਾਸਨਿਕ ਨਾ ਅਹਿਲੀਅਤ ਦਾ ਕਹਿਣਾ ਪਊ। ਆਖਰੀ ਜੀ, ਬਿਲਕੁਲ ਦੋ ਗੱਲਾਂ ਤੁਸੀਂ ਇੱਕ ਜਾਂਦੇ ਜਿਹੜਾ ਨੋਟ ਨਿਰਾਸ਼ਤਾ ਵਾਲਾ ਦੇ ਦਿੱਤਾ ਨਾ, ਉਹਦੇ ਤੇ ਮੈਂ ਦੋ ਗੱਲਾਂ, ਇੱਕ ਗੱਲ ਕਹਿਣੀ ਚਾਹੁੰਦਾ ਕਿ ਪੰਥਕ ਕਵੀ ਸਨ ਸ਼ਾਇਦ ਤੇਜਾ ਸਿੰਘ ਸਾਬਰ, ਉਹਨਾਂ ਨੇ ਲਿਖਿਆ ਸੀ, ਸਿੱਖ ਨਿਸ਼ਾਨ ਸਾਹਿਬ ਦੀ ਸ਼ਾਨ ਹੈ ਕਹਿੰਦੀ, ਸਿੰਘਾਂ ਦੀ ਕਿਰਪਾਨ ਹੈ ਕਹਿੰਦੀ, ਸੰਗਤ ਕਰਕੇ ਮਾਣ ਹੈ ਕਹਿੰਦੀ, ਬੂਟਾ ਲਾਇਆ ਲਹੂ ਹੰਗਾਲ, ਸਿੰਘ ਨੇ ਹੁੰਦੇ ਕਦੇ ਨਿਡਾਲ, ਪੰਥ ਦਾ ਰਾਖਾ ਪੁਰਖ ਅਕਾਲ, ਸਿੱਖ ਦੀ ਹਸਤੀ ਪੰਥ ਦੇ ਨਾਲ, ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ। ਬਾਕੀ ਜਿਹੜੀ ਸਾਡੀ ਹਾਲਤ ਹੈ ਨਿੱਜੀ ਤੌਰ ਦੇ ਉੱਤੇ, ਉਹ ਜਿਵੇਂ ਅਕਬਰ ਇਲਾਹਾਬਾਦੀ ਨੇ ਕਿਹਾ ਸੀ,
जो बात मुनासिब है उसे हासिल नहीं करते, जो अपनी गिरे में है उसे खो भी रहे हैं। बेइल्म भी हम लोग हैं, गफलत भी है तारी, अफसोस की अंधे भी हैं और सो भी रहे हैं। पर ਬਹੁਤ ਸ਼੍ਰੋਮਣੀ ਗੁਰਦੁਆਰਾ ਕਮੇਟੀ ਕੋਲ ਜੋ ਮੈਂ ਇੱਥੇ ਬੋਲ ਰਿਹਾ ਉਹ ਉਹਨਾਂ ਦੇ ਕੰਨਾਂ ਤੱਕ ਜਾ ਰਹੀ ਹੈ। ਉਹ ਤੁਹਾਡੀ ਆਵਾਜ਼ ਜਿਹੜੀ ਹੈ ਨਾ ਬਹੁਤ ਦੂਰ ਤੱਕ ਔਰ ਦੇਰ ਤੱਕ ਜਾਂਦੀ ਹੈ। ਉਹ ਜ਼ਰੂਰ ਇਸ ਚੀਜ਼ ਨੂੰ ਕਰਨ। ਦੇਖੋ, ਜਿਹੜੀ ਚੀਜ਼ ਮਾਸਟਰ ਤਾਰਾ ਸਿੰਘ ਕਿਹਾ ਕਰਦੇ ਸੀ ਕਿ ਗਲਤੀ ਦੀ ਸਮਝ ਆ ਜਾਏ, ਅੱਧੀ ਠੀਕ ਹੋ ਜਾਂਦੀ ਹੈ, ਮੰਨ ਲੈਣ ਨਾਲ ਪੂਰੀ ਠੀਕ ਹੋ ਜਾਂਦੀ ਹੈ। ਸ਼੍ਰੋਮਣੀ ਕਮੇਟੀ ਦੀ ਦਿੱਕਤ ਹੈ ਜਿਹੜੀ ਗਲਤੀ ਨਹੀਂ ਕੀਤੀ ਉਹਦੀ ਮਾਫੀ ਮੰਗੀ ਜਾਂਦੇ ਹੈ, ਜਿਹਦੀ ਮੰਗਣੀ ਚਾਹੀਦੀ ਉਹਦੇ ਤੇ ਅੜੇ ਹੋਏ ਆ। ਸੋ ਇਹ ਉਹਨਾਂ ਨੂੰ ਕਿਤਾਬ ਮੁੜ ਦੁਬਾਰਾ ਅੱਛੇ ਤਰੀਕੇ ਨਾਲ ਐਡਿਟ ਕਰਕੇ ਸੰਪਾਦਨ ਕਰਕੇ ਛਾਪਣੀ ਚਾਹੀਦੀ ਹੈ ਤਾਂ ਕਿ ਉਹ ਸਾਰੀ ਚੀਜ਼ ਕਲੀਅਰ ਹੋਏ। ਉਹ ਜਿਹੜਾ ਅੰਤਰਰਾਸ਼ਟਰੀ ਮੰਚ ਦੇ ਉੱਤੇ ਉਹ ਜਿਹੜੀ ਕਿਤਾਬ ਅੰਗਰੇਜ਼ੀ ਵਿੱਚ ਤੇ ਹੋਰ ਭਾਸ਼ਾਵਾਂ ਵਿੱਚ ਮੌਜੂਦ ਹੈ ਉਹ ਪੰਜਾਬੀ ਦੇ ਵਿੱਚ ਔਰ ਹਿੰਦੀ ਦੇ ਵਿੱਚ ਵੀ ਉਪਲਬਧ ਹੋ। ਮੈਂ ਤੇ ਇੰਨੀ ਬੇਨਤੀ ਕਰ ਸਕਦਾ। ਗੁਰੂ ਕਰਨ, ਤੁਸੀਂ ਜੋ ਸੋਚ ਰਹੇ ਹੋ ਇਹ ਤਾਮੀਰ ਹੋਵੇ, ਇਹ ਸਾਕਾਰ ਹੋਵੇ। ਔਰ ਵੱਡੀ ਗੱਲ ਆ ਕਿ ਜਿਹੜੇ ਲੋਕ ਵੀ ਜ਼ਿੰਮੇਵਾਰ ਨੇ, ਅਹੁਦਿਆਂ ਤੇ ਬੈਠੇ ਨੇ, ਉਹ ਸੁਣ ਵੀ ਲੈਣ, ਸਮਝ ਵੀ ਲੈਣ ਤੇ ਚੰਗਾ ਹੋਵੇ ਜੇ ਉਹ ਕਿਤਾਬਾਂ ਪੜ੍ਹ ਵੀ ਲੈਣ। ਤੇ ਹੋਰ ਚੰਗਾ ਹੋਵੇ ਜੇ ਤੁਸੀਂ ਆਪਣੀਆਂ ਸੇਵਾਵਾਂ ਸ਼੍ਰੋਮਣੀ ਕਮੇਟੀ ਨੂੰ ਪੇਸ਼ ਕਰੋ, ਉਸ ਕਿਤਾਬ ਨੂੰ ਪੰਜਾਬੀ ਦੇ ਵਿੱਚ ਤਰਜਮਾ ਕਰਕੇ ਦਿਓ। ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ।